ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗਿਲਜ਼ ਮੈਂਟੋਰ ਈ-ਲਰਨਿੰਗ ਪਲੇਟਫਾਰਮ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਗਿਲਜ਼ ਮੈਂਟੋਰ ਪੰਜਾਬ ਦਾ ਸਭ ਤੋਂ ਬੈਸਟ ਔਨਲਾਈਨ ਸਟੱਡੀ ਚੈਨਲ ਹੈ, ਜਿਸ ਦੇ ਨਾਲ ਜੁੜ ਕੇ ਤੁਸੀਂ ਡੇਲੀ ਲਾਈਵ ਕਲਾਸਿਸ ਜੁਆਇਨ ਕਰਕੇ ਆਪਣੇ ਕਿਸੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ, ਉਹ ਵੀ ਘਰ ਬੈਠ ਕੇ ਵਧੀਆ ਤਰੀਕੇ ਨਾਲ। ਤਾਂ ਤੁਸੀਂ ਸਭ ਤੋਂ ਪਹਿਲਾਂ ਜੇਕਰ ਚੈਨਲ 'ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਹੀ ਜੋ ਬੈਲ ਆਈਕਨ ਦਾ ਬਟਨ ਹੈ ਉਸ ਨੂੰ ਪ੍ਰੈਸ ਕਰ ਦਿਓ, ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਅਤੇ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਉਹ ਮਿਸ ਨਾ ਹੋਵੇ। ਤੁਸੀਂ YouTube 'ਤੇ ਜਾ ਕੇ ਸਾਡਾ ਚੈਨਲ ਗਿਲਜ਼ ਮੈਂਟੋਰ ਈ-ਲਰਨਿੰਗ ਦੇ ਨਾਂ ਤੋਂ ਜਿਹੜਾ ਸਰਚ ਕਰ ਸਕਦੇ ਹੋ। ਉੱਥੇ ਚੈਨਲ ਸਰਚ ਕਰਨ ਤੋਂ ਬਾਅਦ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਸਾਡੇ ਜੋ ਗਰੁੱਪ ਬਣੇ ਹੋਏ ਆ, WhatsApp ਗਰੁੱਪ, ਟੈਲੀਗ੍ਰਾਮ ਗਰੁੱਪ ਜਾਂ ਇੰਸਟਾਗ੍ਰਾਮ ਗਰੁੱਪ, ਉਹਨਾਂ ਸਭ ਦੇ ਲਿੰਕ ਮਿਲ ਜਾਣਗੇ। ਤੁਸੀਂ ਉਹ ਗਰੁੱਪ ਜੁਆਇਨ ਕਰ ਸਕਦੇ ਹੋ। ਉੱਥੇ ਤੁਹਾਨੂੰ ਹੋਰ ਵੀ ਜਿਹੜੇ ਸਾਡੇ PDF ਦੇ ਨੋਟਸ ਵਗੈਰਾ ਉਹ ਸਾਰੇ ਉੱਥੇ ਮਿਲ ਜਾਣਗੇ। ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਫਰੈਂਡਸ ਦੇ ਨਾਲ। ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਤੁਹਾਡੇ ਸਰਕਲ ਦੇ ਵਿੱਚ, ਫਰੈਂਡ ਸਰਕਲ ਦੇ ਵਿੱਚ ਜਾਂ ਰਿਸ਼ਤੇਦਾਰ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਉਹ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਿਹਾ, ਤਾਂ ਉਸ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਆ ਕਰੋ, ਤਾਂ ਕਿ ਉਹਨਾਂ ਨੂੰ ਵੀ ਜਿਹੜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰੀ ਜਾਣਕਾਰੀ ਆ ਉਹਨਾਂ ਤੱਕ ਪਹੁੰਚ ਸਕੇ ਅਤੇ ਉਹ ਵੀ ਆਪਣੇ ਜਿਹੜੇ ਐਗਜ਼ਾਮ ਦੀ ਤਿਆਰੀ ਹੈ ਉਹ ਪ੍ਰੋਪਰ ਤਰੀਕੇ ਨਾਲ ਕਰ ਸਕਣ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ, ਜਿਵੇਂ ਪੰਜਾਬ ਪਟਵਾਰੀ ਹੋ ਗਿਆ, PSCB ਕਲਰਕ ਹੋ ਗਿਆ, ਵਾਰਡ ਅਟੈਂਡੈਂਟ ਦਾ ਹੋ ਗਿਆ, ਪੰਜਾਬ NTT ਦਾ ਹੋ ਗਿਆ, ਇਹ ਸਾਰੇ ਜਿਹੜੇ ਕੋਰਸ ਹੈ ਤੁਸੀਂ ਜੋ ਵੀ ਜੁਆਇਨ ਕਰਨਾ ਚਾਹੁੰਦੇ ਹੋ ਜਾਂ ਟੈਸਟ ਸੀਰੀਜ਼ ਲੈਣਾ ਚਾਹੁੰਦੇ ਹੋ, ਜਿਹਦੇ ਨਾਲ ਤੁਸੀਂ ਆਪਣੀ ਜਿਹੜੀ ਪ੍ਰੈਪਰੇਸ਼ਨ ਆ ਉਹ ਚੈੱਕ ਕਰ ਸਕਦੇ ਹੋ, ਤਾਂ ਉਸ ਦੇ ਲਈ ਤੁਸੀਂ ਸਾਡੀ ਵੈਬਸਾਈਟ www.gilzmentortest.com 'ਤੇ ਜਾ ਸਕਦੇ ਹੋ। ਉੱਥੇ ਜਾ ਕੇ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ, ਜਿਸ ਤਰ੍ਹਾਂ ਤੁਹਾਨੂੰ ਆਪਣੀ ਰਿਕੁਆਇਰਮੈਂਟ ਹੈ ਉਸ ਤਰ੍ਹਾਂ ਦੀ ਟੈਸਟ ਸੀਰੀਜ਼ ਜਾਂ ਉਸ ਤਰ੍ਹਾਂ ਦਾ ਜਿਹੜਾ ਵੀ ਕੋਰਸ ਹੈ ਉਹ ਜੁਆਇਨ ਕਰ ਸਕਦੇ ਹੋ, ਉੱਥੋਂ ਖਰੀਦ ਸਕਦੇ ਹੋ। ਤੁਸੀਂ ਸਾਡੀ ਐਪ ਵੀ ਗੂਗਲ ਪਲੇ 'ਤੇ ਜਾ ਕੇ ਗਿਲਜ਼ ਮੈਂਟੋਰ ਦੇ ਨਾਂ ਤੋਂ ਸਰਚ ਕਰਕੇ ਡਾਊਨਲੋਡ ਕਰ ਸਕਦੇ ਹੋ, ਜਾਂ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਜਿਹੜਾ ਲਿੰਕ ਹੈ ਉਹ ਤੁਹਾਨੂੰ ਮਿਲ ਜੂਗਾ। ਉੱਥੋਂ ਵੀ ਤੁਸੀਂ ਐਪ ਹੈ ਜਿਹੜੀ ਸਾਡੀ ਉਹ ਡਾਊਨਲੋਡ ਕਰ ਸਕਦੇ ਹੋ। ਅਤੇ ਇੱਥੇ ਤੁਸੀਂ ਤੁਹਾਨੂੰ ਜਿਹੜੇ ਸਾਡੇ ਬੈਚਿਸ ਚੱਲ ਰਹੇ ਆ ਉਸ ਦੀ ਟਾਈਮਿੰਗ, ਬੈਚਿਸ ਕਿਹੜੇ ਬੈਚਿਸ ਸਟਾਰਟ ਹੋਣ ਜਾ ਰਹੇ ਆ, ਈ-ਬੁੱਕਸ ਸਾਡੀਆਂ, ਔਰ ਜਿਹੜੇ ਵੀ ਮੌਕ ਟੈਸਟ ਸੀਰੀਜ਼ ਆ ਜਾਂ ਜੋ ਹੋਰ ਵੀ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਰੀ ਤੁਹਾਨੂੰ ਸਾਡੀ ਐਪ ਤੋਂ ਮਿਲ ਜਾਊਗੀ। ਉੱਥੋਂ ਵੀ ਤੁਸੀਂ ਜੋ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਉਹ ਲੈ ਸਕਦੇ ਹੋ, ਔਰ ਬੈਚਿਸ ਦੇ ਵਿੱਚ ਇਨਰੋਲ ਕਰਕੇ ਆਪਣੀ ਜਿਹੜੀ ਤਿਆਰੀ ਹੈ ਉਹ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਇਹ ਸੀ ਕੁਝ ਜ਼ਰੂਰੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਸੀ। ਹੁਣ ਆਪਾਂ ਚੱਲਦੇ ਹਾਂ ਆਪਣੀ ਅੱਜ ਦੀ ਕਲਾਸ ਵੱਲ। ਤਾਂ ਆਪਾਂ ਕਰ ਰਹੇ ਹਾਂ ਪੰਜਾਬੀ ਵਿਆਕਰਨ, ਯਾਨੀ ਕਿ ਪੰਜਾਬੀ ਗ੍ਰਾਮਰ, ਜਿਸ ਦੇ ਆਪਾਂ ਪਹਿਲਾਂ ਸਟਾਰਟ ਕਰ ਚੁੱਕੇ ਹਾਂ। ਅੱਜ ਆਪਾਂ ਇਸ ਦਾ ਪਾਰਟ 11 ਯਾਨੀ ਭਾਗ 11 ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਆਪਾਂ ਕਰਾਂਗੇ ਸ਼ਬਦ ਬੋਧ। ਸ਼ਬਦ ਬੋਧ ਅੱਜ ਆਪਾਂ ਕਰਾਂਗੇ, ਤਾਂ ਇਸ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ ਅੱਜ ਆਪਾਂ ਕੀ ਪੜ੍ਹਨ ਜਾ ਰਹੇ ਹਾਂ। ਪਹਿਲਾਂ ਆਪਾਂ ਦੇਖਾਂਗੇ ਸ਼ਬਦ ਕੀ ਹੁੰਦਾ, ਫਿਰ ਉਸ ਤੋਂ ਬਾਅਦ ਸ਼ਬਦ, ਫਿਰ ਸ਼ਬਦ ਰਚਨਾ, ਸ਼ਬਦਾਂ ਦਾ ਵਰਗੀਕਰਨ, ਫਿਰ ਭਾਵਾਂਸ਼ ਔਰ ਫਿਰ ਵਿਧੇਤਰ। ਇਹ ਜਿਹੜੇ ਟੌਪਿਕ ਹੈ ਇਹ ਆਪਾਂ ਅੱਜ ਦੀ ਆਪਣੀ ਕਲਾਸ ਦੇ ਵਿੱਚ ਕਵਰ ਕਰਾਂਗੇ। ਤਾਂ ਆਪਾਂ ਹੁਣ 1 ਬਾਏ 1 ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਸ਼ਬਦ ਬੋਧ ਕੀ ਹੁੰਦਾ। ਤਾਂ ਸ਼ਬਦ ਬੋਧ ਕਹਿੰਦੇ ਹਰੇਕ ਭਾਸ਼ਾ ਕੋਲ ਅਸੀਮ ਸ਼ਬਦ ਭੰਡਾਰ ਹੁੰਦਾ ਹੈ। ਮਤਲਬ ਹਰੇਕ ਭਾਸ਼ਾ ਦੇ ਕੋਲ ਬਹੁਤ ਸਾਰੇ ਸ਼ਬਦਾਂ ਦਾ ਭੰਡਾਰ ਹੁੰਦਾ ਹੈ। ਵਿਆਕਰਨ ਵਿੱਚ ਭਾਸ਼ਾ ਦੇ ਇਸ ਵਿਸ਼ਾਲ ਅਤੇ ਜਟਿਲ ਸ਼ਬਦ ਭੰਡਾਰ ਨੂੰ ਕੁਝ ਸੀਮਤ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਅਤੇ ਜਦੋਂ ਆਪਾਂ ਵਿਆਕਰਨ ਕਰਦੇ ਹਾਂ ਉਸ ਦੇ ਵਿੱਚ ਭਾਸ਼ਾ ਦੇ ਜਿਹੜਾ ਇਹ ਵਿਸ਼ਾਲ ਜਿਹੜਾ ਸ਼ਬਦ ਭੰਡਾਰ ਹੁੰਦਾ, ਇਸ ਨੂੰ ਕੁਝ ਸ਼੍ਰੇਣੀਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ। ਵਿਆਕਰਨ ਵਿੱਚ ਸ਼ਬਦਾਂ ਦੇ ਇਸ ਅਧਿਐਨ ਦਾ ਸੰਬੰਧ ਸ਼ਬਦਾਂ ਦੀ ਸ਼੍ਰੇਣੀ ਵੰਡ, ਰੂਪਾਂਤਰ, ਰਚਨਾ ਅਤੇ ਵਰਤੋਂ ਦੇ ਨੇਮਾਂ ਨਾਲ ਹੈ। ਜਦੋਂ ਵਿਆਕਰਨ ਦੇ ਵਿੱਚ ਆਪਾਂ ਸ਼ਬਦਾਂ ਨੂੰ ਵੰਡਦੇ ਹਾਂ ਤਾਂ ਉਹਦੇ ਵਿੱਚ ਆਪਾਂ ਇਹਨਾਂ ਦੀ ਵੰਡ ਵੇਖਦੇ ਹਾਂ ਕਿ ਕਿਹੜੀ ਸ਼੍ਰੇਣੀ ਦੇ ਵਿੱਚ ਰੱਖੇ ਜਾਣੇ ਆ। ਠੀਕ ਹੈ, ਕਲਾਸ 'ਚ ਕਹਿ ਸਕਦੇ ਆਪਾਂ ਰੂਪਾਂਤਰ ਕੀ, ਉਹਨਾਂ ਦੀ ਰਚਨਾ ਕਿਵੇਂ ਕਰਨੀ ਹੈ, ਫਿਰ ਉਹਨਾਂ ਦਾ ਯੂਜ਼ ਕਿੱਥੇ ਕਿੱਥੇ ਕਰਨਾ ਹੈ। ਉਸ ਤਰ੍ਹਾਂ ਦੇ ਜਿਹੜੇ ਰੂਲ ਅਤੇ ਰੈਗੂਲੇਸ਼ਨ ਆਪਾਂ ਬਣਾਉਣੇ ਆ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਉਸ ਨੂੰ ਆਪਾਂ ਕਹਿੰਦੇ ਹਾਂ ਸ਼ਬਦ ਬੋਧ।
ਤਾਂ ਜਦੋਂ ਵਿਆਕਰਨ ਦੇ ਵਿੱਚ ਆਪਾਂ ਸ਼ਬਦਾਂ ਦੇ ਨਾਲ ਰਿਲੇਟਿਡ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ ਤਾਂ ਉਸ ਨੂੰ ਆਪਾਂ ਸ਼ਬਦ ਬੋਧ ਕਹਿੰਦੇ ਹਾਂ। ਅੱਗੇ ਕਹਿੰਦੇ ਆ ਕਿ ਦੂਸਰੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ਬਦ ਬੋਧ ਵਿੱਚ ਸਾਨੂੰ ਸ਼ਬਦਾਂ ਦੇ ਭਿੰਨ ਭਿੰਨ ਰੂਪਾਂ, ਸ਼ਬਦ ਰਚਨਾ ਅਤੇ ਸ਼ਬਦ ਵੰਡ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਉਹੀ ਚੀਜ਼ ਕਿ ਜੇਕਰ ਅਸੀਂ ਬਾਕੀ ਦੂਜੀ ਤਰ੍ਹਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸ਼ਬਦ ਬੋਧ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਸ਼ਬਦਾਂ ਦੇ ਕਿਹੜੇ ਕਿਹੜੇ ਰੂਪ ਹੈ, ਸ਼ਬਦ ਦੀ ਰਚਨਾ ਕਿਵੇਂ ਕਰਨੀ ਹੈ ਔਰ ਸ਼ਬਦਾਂ ਨੂੰ ਅੱਗੇ ਵੰਡਣਾ ਕਿਵੇਂ ਹੈ। ਇਹ ਜਿਹੜੇ ਰੂਲ ਹੈ, ਇਹ ਜਿਹੜੇ ਨਿਯਮ ਬਣਾਏ ਗਏ ਹੈ, ਉਹਨਾਂ ਦਾ ਸਾਨੂੰ ਜਿਹੜਾ ਗਿਆਨ ਪ੍ਰਾਪਤ ਹੁੰਦਾ, ਜਿਹੜੀ ਇਨਫੋਰਮੇਸ਼ਨ ਜਾਂ ਜਾਣਕਾਰੀ ਮਿਲਦੀ ਹੈ, ਉਹ ਕਿਸ ਦੇ ਵਿੱਚ ਮਿਲਦੀ ਹੈ? ਸ਼ਬਦ ਬੋਧ ਦੇ ਵਿੱਚ ਮਿਲਦੀ ਹੈ। ਤਾਂ ਇਹ ਸੀ ਸ਼ਬਦ ਬੋਧ ਕੀ ਹੁੰਦਾ ਹੈ, ਉਹ ਆਪਾਂ ਪੜ੍ਹਿਆ ਕਿ ਜਿਸ ਦੇ ਵਿੱਚ ਆਪਾਂ ਨੂੰ ਸ਼ਬਦਾਂ ਦੇ ਬਾਰੇ ਪਤਾ ਚੱਲਦਾ ਕਿ ਸ਼ਬਦ ਕੀ ਹੁੰਦੇ ਆ, ਠੀਕ ਹੈ, ਉਹਦੀ ਵੰਡ ਕਿਵੇਂ ਕਰਨੀ ਆ, ਉਸ ਦੀ ਰਚਨਾ ਕਿਵੇਂ ਕਰਨੀ ਹੈ, ਅੱਗੇ ਉਸ ਦੇ ਲਈ ਕੀ ਰੂਲ ਰੈਗੂਲੇਸ਼ਨ ਬਣੇ ਹੋਏ ਆ। ਇਹ ਜੋ ਸਭ ਕੁਛ ਆਪਾਂ ਕਿਸ ਦੇ ਵਿੱਚ ਦੇਖਦੇ ਹਾਂ? ਇਹ ਆਪਾਂ ਸ਼ਬਦ ਬੋਧ ਦੇ ਵਿੱਚ ਦੇਖਦੇ ਹਾਂ। ਅੱਗੇ ਆਪਣੇ ਕੋਲ ਆ ਗਿਆ ਜੀ ਸ਼ਬਦ। ਹੁਣ ਸ਼ਬਦ ਕੀ ਹੁੰਦਾ ਹੈ? ਕਹਿੰਦੇ ਉਹ ਬੋਲ ਜੋ ਇੱਕ ਤੋਂ ਵਧੇਰੇ ਅੱਖਰਾਂ ਨਾਲ ਉਹ ਬੋਲ ਜੋ ਇੱਕ ਤੋਂ ਵਧੇਰੇ ਅੱਖਰਾਂ ਤੋਂ ਮਿਲ ਕੇ ਬਣੇ ਹੋਣ, ਉਹਨਾਂ ਨੂੰ ਸ਼ਬਦ ਕਹਿੰਦੇ ਹਨ। ਜਿਹੜਾ ਆਪਾਂ ਬੋਲਦੇ ਹਾਂ, ਜੋ ਬੋਲ ਆਪਾਂ ਬੋਲਦੇ ਹਾਂ, ਜਿਸ ਦੇ ਵਿੱਚ ਇੱਕ ਤੋਂ ਵਧੇਰੇ ਅੱਖਰ ਜਿਹੜੇ ਆ ਉਹ ਮਿਲ ਕੇ ਬਣਾਉਂਦੇ ਆ, ਉਸ ਨੂੰ ਕੀ ਬੋਲਦੇ ਆ? ਆਪਾਂ ਸ਼ਬਦ ਬੋਲਦੇ ਹਾਂ। ਜਿਵੇਂ ਅੰਬ, ਦੁੱਧ, ਧਰਤੀ, ਘਰ, ਕਲਮ, ਜੋ ਵੀ ਹੈ ਵੀ ਜਿਸ ਦੇ ਵਿੱਚ ਇੱਕ ਤੋਂ ਵੱਧ ਅੱਖਰ ਜਿਹੜੇ ਆ ਉਹ ਮਿਲ ਕੇ ਕੀ ਬਣਾਉਂਦੇ ਆ? ਜਿਹੜਾ ਚੀਜ਼ ਉਹ ਬਣਾਉਂਦੇ ਉਸ ਨੂੰ ਆਪਾਂ ਕੀ ਬੋਲਦੇ ਆ? ਸ਼ਬਦ। ਠੀਕ ਹੈ। ਅੱਗੇ ਕਹਿੰਦੇ ਆ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਹੈ, ਕਿ ਜਿਹੜਾ ਸ਼ਬਦ ਹੈ ਉਹ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਦਾ ਮਤਲਬ ਜਿਵੇਂ ਅਰਥਯੁਕਤ ਇਕਾਈ ਹੈ। ਇੱਕ ਸ਼ਬਦ ਵਿੱਚ ਆਵਾਜ਼ਾਂ ਜਾਂ ਧੁਨੀਆਂ ਦੀ ਗਿਣਤੀ ਇੱਕ ਵੀ ਹੋ ਸਕਦੀ ਹੈ ਅਤੇ ਇੱਕ ਤੋਂ ਵੱਧ ਵੀ। ਇੱਕ ਸ਼ਬਦ ਦੇ ਵਿੱਚ ਜਿਹੜੀ ਆਪਾਂ ਆਵਾਜ਼ ਨਿਕਲਦੀ ਆਪਣੇ ਮੂੰਹ 'ਚੋਂ ਜਾਂ ਧੁਨੀ ਨਿਕਲਦੀ, ਉਸ ਦੀ ਗਿਣਤੀ ਇੱਕ ਵੀ ਹੋ ਸਕਦੀ ਹੈ ਔਰ ਇੱਕ ਤੋਂ ਵੱਧ ਵੀ ਹੋ ਸਕਦੀ ਹੈ। ਜਿਵੇਂ ਮੈਂ ਫੁੱਟਬਾਲ ਖੇਡਾਂਗਾ, ਇਸ ਵਾਕ ਵਿੱਚ 3 ਸ਼ਬਦ ਹਨ। ਜਿਵੇਂ ਇੱਕ ਸ਼ਬਦ ਮੈਂ ਹੋ ਗਿਆ, ਠੀਕ ਹੈ, ਦੂਸਰਾ ਫੁੱਟਬਾਲ ਹੋ ਗਿਆ, ਤੀਸਰਾ ਖੇਡਾਂਗਾ ਹੋ ਗਿਆ। ਇਸ ਦੇ ਵਿੱਚ ਇਸ ਵਾਕ ਦੇ ਵਿੱਚ ਕਿੰਨੇ ਸ਼ਬਦ ਹੈ? 3 ਸ਼ਬਦ ਹੈ, ਜੋ ਆਪਣੇ ਆਪ ਬੋਲੀ ਦੀਆਂ ਸੁਤੰਤਰ ਇਕਾਈਆਂ ਹਨ। ਸੁਤੰਤਰ ਇਕਾਈਆਂ ਮਤਲਬ ਇੰਡੀਪੈਂਡੈਂਟ ਹੈ, ਜਿਸ ਦੇ ਵਿੱਚ ਹਰੇਕ ਦਾ ਆਪਦਾ ਮੀਨਿੰਗ ਹੈ। ਠੀਕ ਹੈ, ਮੈਂ ਦਾ ਆਪਦਾ ਇੱਕ ਅਰਥ ਨਿਕਲਦਾ, ਫੁੱਟਬਾਲ ਦਾ ਵੀ ਆਪਦਾ ਇੱਕ ਅਰਥ ਨਿਕਲਦਾ ਆਪਦੇ ਆਪ ਦੇ ਵਿੱਚ, ਔਰ ਜਿਹੜਾ ਖੇਡਾਂਗਾ ਉਸ ਦਾ ਵੀ ਆਪਣੇ ਆਪ ਦੇ ਵਿੱਚ ਇੱਕ ਅਰਥ ਨਿਕਲਦਾ। ਤਾਂ ਸ਼ਬਦ ਕੀ ਹੈ ਫਿਰ? ਇਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਸ਼ਬਦ ਦੀ ਜਿਹੜੀ ਡੈਫੀਨੇਸ਼ਨ ਉਹ ਕੀ ਬਣਦੀ ਹੈ ਕਿ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਹੈ। ਠੀਕ ਹੈ। ਅੱਗੇ ਦੇਖਦੇ ਹਾਂ। ਅੱਗੇ ਜਿਹੜਾ ਸ਼ਬਦ ਆ ਉਸ ਦੀ ਆਪਾਂ ਨੂੰ ਡੈਫੀਨੇਸ਼ਨ ਦਿੱਤੀ ਗਈ ਆ। ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਸ਼ਬਦ ਕੀ ਹੁੰਦਾ। ਇਸ ਦੇ ਵਿੱਚ ਆਪਾਂ ਨੂੰ ਪ੍ਰੋਪਰ ਜਿਹੜੀ ਡੈਫੀਨੇਸ਼ਨ ਆ ਜਾਣੀ ਪਰਿਭਾਸ਼ਾ ਦਿੱਤੀ ਗਈ ਸ਼ਬਦ ਦੀ, ਉਸ ਦੇ ਵਿੱਚ ਕਿਹਾ ਗਿਆ ਕਿ ਸ਼ਬਦ ਭਾਸ਼ਾ ਦੀ ਉਹ ਛੋਟੀ ਤੋਂ ਛੋਟੀ ਸੁਤੰਤਰ ਸਾਰਥਿਕ ਇਕਾਈ ਹੈ ਜੋ ਸੁਤੰਤਰ ਭਾਵਾਂਸ਼ਾਂ ਦੇ ਰੂਪ ਵਿੱਚ ਵੀ ਹੁੰਦੀ ਹੈ ਅਤੇ ਜੁੜਵੇਂ ਭਾਵਾਂਸ਼ਾਂ ਦੇ ਸੰਯੋਗ ਤੋਂ ਵੀ ਬਣੀ ਹੁੰਦੀ ਹੈ। ਕਹਿੰਦੇ ਸ਼ਬਦ ਜਿਹੜਾ ਹੈ ਉਹ ਭਾਸ਼ਾ ਦੀ ਉਹ ਛੋਟੀ ਤੋਂ ਛੋਟੀ ਸੁਤੰਤਰ ਅਤੇ ਸਾਰਥਿਕ ਇਕਾਈ ਹੈ, ਜਿਸ ਦੇ ਵਿੱਚ ਕੀ ਹੁੰਦਾ? ਸੁਤੰਤਰ ਭਾਵਾਂਸ਼ ਵੀ ਹੁੰਦੇ ਆ। ਮਤਲਬ ਇੱਕ ਜਿਹੜਾ ਸ਼ਬਦ ਹੈ, ਇੱਕ ਅੱਖਰ ਹੈ, ਜਿਸ ਦਾ ਇੱਕ ਆਪਦੇ ਵਿੱਚ ਇੱਕ ਪ੍ਰੋਪਰ ਮੀਨਿੰਗ ਆ, ਉਹ ਵੀ ਹੋ ਸਕਦਾ। ਔਰ ਜੁੜਵੇਂ ਜਿਹੜੇ ਭਾਵਾਂਸ਼ ਹੈ ਇੱਕ ਤੋਂ ਜ਼ਿਆਦਾ, ਜਿਨ੍ਹਾਂ ਨੂੰ ਆਪਾਂ ਜੋੜ ਕੇ, ਜਿਵੇਂ ਫੁੱਟਬਾਲ ਦੇ ਵਿੱਚ ਇੱਕ ਫੁੱਟ ਆ ਗਿਆ, ਠੀਕ ਹੈ, ਅਤੇ ਇੱਕ ਬਾਲ, ਦੋ ਤਰ੍ਹਾਂ ਦੇ ਕਹਿ ਲਓ ਕਿ 2 ਸ਼ਬਦ ਹੋ ਗਏ ਜਿਨ੍ਹਾਂ ਨੂੰ ਆਪਾਂ ਅੱਗੇ ਤੋੜ ਸਕਦੇ ਹਾਂ। ਤਾਂ ਉਸ ਤਰ੍ਹਾਂ ਕਰਕੇ ਜੁੜਵੇਂ ਤੋਂ ਵੀ ਬਣੀ ਹੁੰਦੀ ਹੈ, ਜੁੜਵੇਂ ਭਾਵਾਂਸ਼ਾਂ ਦੇ ਸੰਯੋਗ ਤੋਂ ਵੀ ਬਣਦੀ ਹੈ, ਔਰ ਸੁਤੰਤਰ ਭਾਵਾਂਸ਼ਾਂ ਦੇ ਰੂਪ ਦੇ ਵਿੱਚ ਵੀ ਹੁੰਦੀ ਹੈ। ਇਸ ਦੀ ਪ੍ਰੋਪਰ ਜਿਹੜੀ ਡੈਫੀਨੇਸ਼ਨ ਹੈ। ਅੱਗੇ ਆਪਾਂ ਨੂੰ ਕਿਹਾ ਗਿਆ, ਕਹਿੰਦੇ ਕਿ ਆਧੁਨਿਕ ਭਾਸ਼ਾ ਵਿਗਿਆਨੀਆਂ ਅਨੁਸਾਰ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨਹੀਂ ਸਗੋਂ ਭਾਵਾਂਸ਼ ਹੈ। ਮਤਲਬ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਹੁਣ ਦੇ ਟਾਈਮ ਦੇ ਜਿਹੜੇ ਭਾਸ਼ਾ ਵਿਗਿਆਨੀ ਹੈ, ਉਹ ਕਹਿੰਦੇ ਆ ਕਿ ਜਿਹੜਾ ਸ਼ਬਦ ਹੈ ਉਹ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨਹੀਂ ਹੈ। ਜਿਹੜਾ ਭਾਵਾਂਸ਼ ਹੈ ਉਹ ਜਿਹੜਾ ਸ਼ਬਦ ਨਾਲੋਂ ਛੋਟਾ ਹੁੰਦਾ, ਤਾਂ ਇਸ ਕਰਕੇ ਜਿਹੜਾ ਭਾਵਾਂਸ਼ ਹੈ ਉਹ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਹੈ।
ਜੋ ਆਧੁਨਿਕ ਭਾਸ਼ਾ ਦੇ ਵਿਗਿਆਨੀ ਆ ਉਹਨਾਂ ਦੇ ਅਨੁਸਾਰ ਸ਼ਬਦ ਨੂੰ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨਹੀਂ ਮੰਨਿਆ ਗਿਆ, ਸਗੋਂ ਭਾਵ-ਅੰਸ਼ ਨੂੰ ਮੰਨਿਆ ਗਿਆ। ਤਾਂ ਆਪਾਂ ਨੈਕਸਟ ਅੱਗੇ ਦੇਖਾਂਗੇ ਕਿ ਭਾਵ-ਅੰਸ਼ ਵੀ ਕੀ ਹੁੰਦਾ। ਪਹਿਲਾਂ ਆਪਾਂ ਸ਼ਬਦ ਦੇ ਬਾਰੇ ਥੋੜ੍ਹਾ ਪੜ੍ਹ ਲਈਏ, ਉਸ ਤੋਂ ਅੱਗੇ ਆਪਾਂ ਅੱਜ ਦੀ ਆਪਣੀ ਇਸੇ ਕਲਾਸ ਦੇ ਵਿੱਚ ਹੀ ਆਪਾਂ ਦੇਖਾਂਗੇ ਵੀ ਕਿ ਭਾਵ-ਅੰਸ਼ ਕੀ ਹੈ। ਠੀਕ ਹੈ ਜੀ। ਹੁਣ ਆਪਾਂ ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲ ਆ ਗਿਆ ਸ਼ਬਦ ਰਚਨਾ। ਸ਼ਬਦ ਰਚਨਾ ਕਹਿੰਦੇ ਕਿਸੇ ਸ਼ਬਦ ਤੋਂ ਦੂਸਰੇ ਹੋਰ ਸ਼ਬਦ ਬਣਾਉਣ ਦੇ ਨਾਂ ਇੱਥੇ ਦਾ ਹੈ, ਠੀਕ ਹੈ। ਕਿਸੇ ਸ਼ਬਦ ਤੋਂ ਦੂਸਰੇ ਹੋਰ ਸ਼ਬਦ ਬਣਾਉਣ ਦਾ ਨਾਂ ਸ਼ਬਦ ਰਚਨਾ ਹੈ। ਜਦੋਂ ਆਪਾਂ ਇੱਕ ਸ਼ਬਦ ਤੋਂ ਹੋਰ ਸ਼ਬਦ ਬਣਾਉਂਦੇ ਹਾਂ ਤਾਂ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸ਼ਬਦ ਰਚਨਾ। ਇੱਕ ਸ਼ਬਦ ਤੋਂ ਹੋਰ ਦੂਸਰੇ ਸ਼ਬਦ ਬਣਾਉਣ ਦਾ ਜਿਹੜਾ ਨਾਮ ਹੈ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸ਼ਬਦ ਰਚਨਾ। ਰਚਨਾ ਅਨੁਸਾਰ ਸ਼ਬਦਾਂ ਦੀਆਂ ਦੋ ਸ਼੍ਰੇਣੀਆਂ ਹਨ। ਕਿਹੜੀਆਂ ਕਿਹੜੀਆਂ? ਉਹ ਆਪਣੇ ਕੋਲ ਆ ਜਾਂਦੀਆਂ ਜੀ, ਮੂਲ ਸ਼ਬਦ ਤੇ ਰਚਿਤ ਸ਼ਬਦ। ਰਚਨਾ ਦੇ ਅਨੁਸਾਰ ਸ਼ਬਦਾਂ ਦੀਆਂ ਦੋ ਸ਼੍ਰੇਣੀਆਂ, ਜਿਹਦੇ ਵਿੱਚ ਆਪਣੇ ਕੋਲ ਆ ਜਾਂਦਾ ਪਹਿਲੇ ਨੰਬਰ 'ਤੇ ਮੂਲ ਸ਼ਬਦ ਔਰ ਦੂਸਰੇ ਨੰਬਰ 'ਤੇ ਆ ਜਾਂਦਾ ਰਚਿਤ ਸ਼ਬਦ। ਜਦੋਂ ਆਪਾਂ ਕਿਸੇ ਇੱਕ ਸ਼ਬਦ ਤੋਂ ਹੋਰ ਦੂਸਰੇ ਸ਼ਬਦ ਬਣਾਉਣੇ ਆ ਉਸਨੂੰ ਆਪਾਂ ਕਹਿ ਦਿੰਦੇ ਹਾਂ ਸ਼ਬਦ ਰਚਨਾ। ਔਰ ਰਚਨਾ ਦੇ ਅਨੁਸਾਰ ਆਪਣੇ ਕੋਲ ਦੋ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ। ਉਹ ਹੈਗੀਆਂ, ਇੱਕ ਪਹਿਲੀ ਆਪਣੇ ਕੋਲ ਆ ਜਾਂਦਾ ਮੂਲ ਸ਼ਬਦ ਔਰ ਦੂਸਰੀ ਆ ਜਾਂਦੀ ਆ ਰਚਿਤ ਸ਼ਬਦ। ਤਾਂ ਮੂਲ ਸ਼ਬਦ ਆਪਣੇ ਕੋਲ ਕਿਹੜੇ ਕਿਹੜੇ ਆ? ਮੂਲ ਸ਼ਬਦ ਕੀ ਹੁੰਦਾ ਉਹ ਆਪਾਂ ਦੇਖਦੇ ਪਹਿਲਾਂ। ਕਹਿੰਦੇ ਉਹ ਸ਼ਬਦ ਜੋ ਆਪਣੇ ਆਪ ਵਿੱਚ ਪੂਰਨ ਹੋਵੇ ਤੇ ਕਿਸੇ ਹੋਰ ਦੀ ਸਹਾਇਤਾ ਨਾਲ ਨਾ ਬਣਿਆ ਹੋਵੇ ਨੂੰ ਮੂਲ ਸ਼ਬਦ ਕਹਿੰਦੇ ਹਨ। ਉਹ ਸ਼ਬਦ ਹੈ, ਮੂਲ ਸ਼ਬਦ ਕੀ ਹੁੰਦਾ? ਉਹ ਸ਼ਬਦ ਜਿਹੜਾ ਆਪਣੇ ਆਪ ਵਿੱਚ ਪੂਰਨ ਹੋਵੇ, ਜਾਣੀ ਕਿ ਪੂਰਾ ਕੰਪਲੀਟ ਹੋਵੇ ਅਤੇ ਉਸ ਨੂੰ ਬਣਨ ਦੇ ਲਈ ਜਾਂ ਬਣਾਉਣ ਦੇ ਲਈ ਕਿਸੇ ਹੋਰ ਦੀ ਜਿਹੜੀ ਹੈਲਪ ਹੈ ਉਹ ਨਾ ਲਈ ਜਾਵੇ। ਮਤਲਬ ਉਹ ਆਪਣੇ ਆਪ ਦੇ ਵਿੱਚ ਕੰਪਲੀਟ ਹੁੰਦਾ ਅਤੇ ਉਸ ਦੇ ਲਈ ਉਸਨੂੰ ਬਣਾਉਣ ਦੇ ਲਈ ਜਾਂ ਬਣਨ ਦੇ ਲਈ ਕਿਸੇ ਹੋਰ ਦੀ ਹੈਲਪ ਦੀ ਲੋੜ ਆ, ਜਿਹੜੀ ਸਹਾਇਤਾ ਨਾਲ ਉਹ ਨਹੀਂ ਬਣਦਾ। ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਮੂਲ ਸ਼ਬਦ। ਜਿਵੇਂ ਰੋਗ, ਬਾਲ, ਘਰ ਆਦਿ। ਇਹ ਜਿਹੜੇ ਸ਼ਬਦ ਹੈ ਇਹ ਆਪਦੇ ਆਪ ਦੇ ਵਿੱਚ ਪੂਰੇ ਹੈ। ਇਸ ਦੇ ਨਾਲ ਕਿਸੇ ਹੋਰ ਸ਼ਬਦ ਦੀ ਜਿਹੜੀ ਹੈ ਇਹਨਾਂ ਨੂੰ ਬਣਨ ਦੇ ਨਾਲ ਕਿਸੇ ਹੋਰ ਸ਼ਬਦ ਦੀ ਸਹਾਇਤਾ ਦੀ ਲੋੜ ਨਹੀਂ ਪੈਂਦੀ। ਅੱਗੇ ਨੈਕਸਟ ਆਪਣੇ ਕੋਲ ਆ ਗਿਆ ਰਚਿਤ ਸ਼ਬਦ। ਰਚਿਤ ਸ਼ਬਦ ਕਿਹੜੇ ਹੈ ਉਹ ਆਪਾਂ ਦੇਖਦੇ ਹਾਂ। ਉਹ ਸ਼ਬਦ ਜੋ ਹੋਰ ਅੱਖਰਾਂ, ਸ਼ਬਦਾਂ ਜਾਂ ਸ਼ਬਦਾਂਸ਼ ਦੀ ਸਹਾਇਤਾ ਨਾਲ ਬਣਦੇ ਹਨ। ਜਿਹੜੇ ਸ਼ਬਦ ਕਿਸੇ ਹੋਰ ਅੱਖਰ, ਸ਼ਬਦਾਂ ਜਾਂ ਸ਼ਬਦਾਂਸ਼ ਦੀ ਸਹਾਇਤਾ ਨਾਲ ਬਣਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ? ਉਹਨਾਂ ਨੂੰ ਆਪਾਂ ਰਚਿਤ ਸ਼ਬਦ ਕਹਿੰਦੇ ਹਾਂ। ਜਦੋਂ ਇੱਕ ਸ਼ਬਦ ਜਿਹੜਾ ਆਪਣੇ ਆਪ ਦੇ ਵਿੱਚ ਪੂਰਨ ਹੋਵੇ, ਕੰਪਲੀਟ ਹੋਵੇ ਅਤੇ ਉਸ ਨੂੰ ਕਿਸੇ ਹੋਰ ਦੀ ਹੈਲਪ ਨਾ ਲੈਣੀ ਪਵੇ ਤਾਂ ਉਹ ਹੁੰਦਾ ਮੂਲ ਸ਼ਬਦ। ਔਰ ਜਿਹੜਾ ਸ਼ਬਦ ਕਿਸੇ ਹੋਰ ਸ਼ਬਦ ਦੀ, ਹੋਰ ਅੱਖਰਾਂ ਦੀ ਜਾਂ ਸ਼ਬਦਾਂ ਦੀ ਜਾਂ ਸ਼ਬਦਾਂਸ਼ ਦੀ ਸਹਾਇਤਾ ਨਾਲ ਬਣੇ ਉਸ ਨੂੰ ਆਪਾਂ ਰਚਿਤ ਸ਼ਬਦ ਕਹਿੰਦੇ ਹਾਂ। ਜਿਵੇਂ ਹੁਣ ਆਪਾਂ ਮੰਨ ਲਓ ਅਰੋਗ ਸ਼ਬਦ ਲਿਖਣਾ ਹੈ ਤਾਂ ਅਰੋਗ ਦੇ ਵਿੱਚ ਇੱਕ ਪਹਿਲਾਂ ਆੜਾ ਲੱਗਦਾ ਫਿਰ ਪਲੱਸ ਰੋਗ ਲੱਗਦਾ। ਤਾਂ ਰੋਗ ਇੱਕ ਅਲੱਗ ਸ਼ਬਦ ਹੈ, ਉਸ ਦੇ ਨਾਲ ਇੱਕ ਆੜਾ ਜਿਹੜਾ ਇੱਕ ਹੋਰ ਅੱਖਰ ਐਡ ਹੋਇਆ, ਠੀਕ ਹੈ, ਰੋਗ ਸ਼ਬਦ ਹੈ। ਔਰ ਉਸ ਦੇ ਨਾਲ ਆੜਾ ਜਿਹੜਾ ਉਹ ਅੱਖਰ ਲੱਗ ਕੇ ਉਹਨੇ ਕੀ ਸ਼ਬਦ ਬਣਾਇਆ? ਅਰੋਗ। ਠੀਕ ਹੈ। ਤਾਂ ਇਸ ਦੇ ਵਿੱਚ ਰੋਗ ਸ਼ਬਦ ਨੂੰ ਬਣਨ ਦੇ, ਰੋਗ ਜਿਹੜਾ ਲਿਖਿਆ ਆਪਾਂ ਸ਼ਬਦ ਉਸ ਨੂੰ ਬਣਨ ਦੇ ਲਈ ਪਹਿਲਾਂ ਰੋਗ ਸ਼ਬਦ ਔਰ ਫਿਰ ਆੜਾ ਅੱਖਰ, ਦੋ ਚੀਜ਼ਾਂ ਦੀ ਹੈਲਪ ਲੈਣੀ ਪਈ ਹੈ। ਠੀਕ ਹੈ। ਇਸੇ ਤਰ੍ਹਾਂ ਬੇਘਰ, ਤਾਂ ਘਰ ਜਿਹੜਾ ਉਹ ਇੱਕ ਸ਼ਬਦ ਹੈ ਔਰ ਬੇ ਜਿਹੜਾ ਉਹ ਇੱਕ ਅਲੱਗ ਅੱਖਰ ਹੈ। ਤਾਂ ਉਸ ਨੂੰ ਬੇ ਨੂੰ ਆਪਾਂ ਜਦੋਂ ਘਰ ਦੇ ਨਾਲ ਜੋੜਿਆ ਤਾਂ ਉਹ ਕਿਹੜਾ ਸ਼ਬਦ ਬਣਿਆ? ਬੇਘਰ, ਜਿਹੜਾ ਕਿ ਦੋ ਚੀਜ਼ਾਂ ਨਾਲ ਬਣਿਆ। ਇਸੇ ਤਰ੍ਹਾਂ ਅਮਰ, ਤਾਂ ਮਰ ਜਿਹੜਾ ਉਹ ਇੱਕ ਸ਼ਬਦ ਹੈ, ਠੀਕ ਹੈ, ਔਰ ਉਸ ਦੇ ਨਾਲ ਆਪਾਂ ਆੜਾ ਇੱਕ ਅੱਖਰ ਜੋੜਿਆ ਤਾਂ ਉਹ ਕਿਹੜਾ ਸ਼ਬਦ ਬਣ ਗਿਆ? ਅਮਰ। ਇਸੇ ਤਰ੍ਹਾਂ ਬਾਲ ਅਤੇ ਜਮਾਂਪਨ, ਬਾਲਪਨ ਸ਼ਬਦ ਦੇ ਵਿੱਚ ਵੀ ਦੋ ਸ਼ਬਦ ਹੈ ਜਿਹੜੇ ਉਹ ਜੁੜ ਕੇ ਇੱਕ ਸ਼ਬਦ ਦਾ ਰੂਪ ਧਾਰਨ ਕਰਦੇ ਆ ਤਾਂ ਉਹ ਕੀ ਹੋ ਗਏ? ਆਪਣੇ ਰਚਿਤ ਸ਼ਬਦ ਹੋ ਗਏ। ਤਾਂ ਅੱਗੇ ਕਹਿੰਦੇ ਆ ਕਿ ਰਚਿਤ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਆ। ਜਿਹੜੇ ਆਪਣੇ ਕੋਲ ਰਚਿਤ ਸ਼ਬਦ ਆ ਉਹ ਦੋ ਤਰ੍ਹਾਂ ਦੇ ਹੁੰਦੇ। ਉਹ ਕਿਹੜੇ ਕਿਹੜੇ ਹੁੰਦੇ ਆ? ਸਮਾਸੀ ਸ਼ਬਦ ਅਤੇ ਉਤਪੰਨ ਸ਼ਬਦ।
ਉਹ ਦੋ ਤਰ੍ਹਾਂ ਦੇ ਰਚਿਤ ਸ਼ਬਦ ਕਿਹੜੇ ਕਿਹੜੇ ਹੁੰਦੇ ਆ ਆਪਣੇ ਕੋਲੇ, ਸਮਾਸੀ ਸ਼ਬਦ ਅਤੇ ਉਤਪੰਨ ਸ਼ਬਦ। ਤਾਂ ਇਹ ਰਚਿਤ ਸ਼ਬਦ ਜਿਹੜੇ ਦੋ ਅੱਗੇ ਟਾਈਪਸ ਹੈ, ਸਮਾਸੀ ਸ਼ਬਦ ਅਤੇ ਉਤਪੰਨ ਸ਼ਬਦ, ਇਹ ਆਪਾਂ ਅੱਗੇ ਆਪਣੀ ਆਉਣ ਵਾਲੀ ਕਲਾਸ ਦੇ ਵਿੱਚ ਕਰਾਂਗੇ। ਫਿਲਹਾਲ ਦੇ ਵਿੱਚ ਆਪਾਂ ਇਹੀ ਸ਼ਬਦ ਦੇ ਵਿੱਚ ਆਪਾਂ ਸ਼ਬਦ ਵਾਲੀ ਜਿਹੜੀ ਆਪਣੀ ਕਲਾਸ ਉਸ ਦੇ ਵਿੱਚ ਆਪਾਂ ਇਹੀ ਦੇਖਾਂਗੇ ਕਿ ਰਚਿਤ ਸ਼ਬਦ ਕੀ ਹੁੰਦਾ ਅਤੇ ਕਿੰਨੀ ਤਰ੍ਹਾਂ ਦੇ ਹੁੰਦੇ ਆ। ਇਹ ਆਪਾਂ ਸਮਾਸੀ ਸ਼ਬਦ ਕੀ ਹੁੰਦੇ ਆ ਜਾਂ ਉਤਪੰਨ ਸ਼ਬਦ ਕੀ ਹੁੰਦੇ ਆ, ਇਹ ਆਪਾਂ ਅਗਲੀ ਆਪਣੀ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲ ਆ ਗਿਆ ਟੌਪਿਕ ਸ਼ਬਦਾਂ ਦਾ ਵਰਗੀਕਰਨ, ਯਾਨੀ ਕਿ ਸ਼ਬਦਾਂ ਦੀ ਵੰਡ, ਜਾਂ ਕਹਿ ਸਕਦੇ ਸ਼ਬਦਾਂ ਦੀਆਂ ਕਿਸਮਾਂ, ਜਾਂ ਉਹਨਾਂ ਨੂੰ ਕਿੰਨੇ ਪ੍ਰਕਾਰ ਨਾਲ ਵੰਡਿਆ ਗਿਆ, ਜਾਂ ਉਸ ਦੀਆਂ ਕਿਹੜੀਆਂ ਕਿਹੜੀਆਂ ਅੱਗੇ ਟਾਈਪਸਾਂ, ਇਹ ਆਪਾਂ ਸ਼ਬਦਾਂ ਦਾ ਵਰਗੀਕਰਨ ਕਰਾਂਗੇ। ਤਾਂ ਕਹਿੰਦੇ ਸ਼ਬਦਾਂ ਦਾ ਵਰਗੀਕਰਨ ਪਰੰਪਰਾਗਤ ਵਿਆਕਰਨ ਅਤੇ ਭਾਸ਼ਾ ਭਾਸ਼ਾ ਵਿਗਿਆਨਿਕ ਦੇ ਆਧਾਰ 'ਤੇ ਤਿੰਨ ਤਰ੍ਹਾਂ ਨਾਲ ਕੀਤਾ ਗਿਆ ਹੈ। ਜਿਹੜਾ ਸ਼ਬਦਾਂ ਦਾ ਵਰਗੀਕਰਨ ਹੈ ਉਸ ਦੇ ਵਿੱਚ ਪਰੰਪਰਾਗਤ ਜਿਹੜੇ ਜਾਣੇ ਆਪਣੇ ਪੁਰਾਣੇ ਵਿਆਕਰਨ ਸੀ ਉਸ ਦੇ ਹਿਸਾਬ ਨਾਲ ਵੀ ਕੀਤਾ ਗਿਆ, ਔਰ ਜਿਹੜਾ ਭਾਸ਼ਾ ਦਾ ਵਿਗਿਆਨਿਕ ਪੱਖ ਹੈ ਉਸ ਦੇ ਆਧਾਰ 'ਤੇ ਵੀ ਕੀਤਾ ਗਿਆ। ਤਾਂ ਦੋਨਾਂ ਤਰ੍ਹਾਂ ਦੇ ਨਾਲ ਮਿਲਾ ਕੇ ਜਿਹੜਾ ਉਹ ਤਿੰਨ ਤਰ੍ਹਾਂ ਨਾਲ ਕੀਤਾ ਗਿਆ, ਜਿਸ ਦੇ ਵਿੱਚ ਪਹਿਲਾ ਆਪਣੇ ਕੋਲ ਆ ਜਾਂਦਾ ਅਰਥ ਦੇ ਆਧਾਰ 'ਤੇ, ਠੀਕ ਹੈ, ਦੂਸਰਾ ਆਪਣੇ ਕੋਲ ਆ ਜਾਂਦਾ ਰੂਪ ਦੇ ਆਧਾਰ 'ਤੇ, ਔਰ ਤੀਸਰਾ ਆਪਣੇ ਕੋਲ ਆ ਜਾਂਦਾ ਪ੍ਰਯੋਗ ਜਾਂ ਕਾਰਜ ਦੇ ਆਧਾਰ 'ਤੇ। ਸ਼ਬਦਾਂ ਦਾ ਵਰਗੀਕਰਨ ਫਿਰ ਇੱਕ ਵਾਰੀ ਦੇਖ ਲੈਂਦੇ ਹਾਂ ਕਿ ਸ਼ਬਦਾਂ ਦੇ ਵਰਗੀਕਰਨ ਦੇ ਵਿੱਚ ਆਪਣੇ ਕੋਲ ਪਰੰਪਰਾਗਤ ਵਿਆਕਰਨ ਅਤੇ ਭਾਸ਼ਾ ਵਿਗਿਆਨਿਕ ਦੇ ਆਧਾਰ 'ਤੇ ਤਿੰਨ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਪਹਿਲਾ ਅਰਥ ਦੇ ਆਧਾਰ 'ਤੇ, ਦੂਸਰਾ ਰੂਪ ਦੇ ਆਧਾਰ 'ਤੇ ਅਤੇ ਤੀਸਰਾ ਪ੍ਰਯੋਗ ਦੇ ਆਧਾਰ 'ਤੇ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਅੱਗੇ ਦੇਖਦੇ ਹਾਂ ਕਿ ਅਰਥ ਦੇ ਆਧਾਰ 'ਤੇ ਕਿਸ ਤਰ੍ਹਾਂ ਹੁੰਦਾ, ਰੂਪ ਦੇ ਆਧਾਰ 'ਤੇ ਕਿਸ ਤਰ੍ਹਾਂ ਹੁੰਦਾ, ਉਹ ਆਪਾਂ ਅੱਗੇ ਇੱਕ ਇੱਕ ਕਰਕੇ ਇਹਨਾਂ ਨੂੰ ਚੈੱਕ ਕਰ। ਹੁਣ ਆਪਾਂ 1 ਬਾਏ 1 ਦੇਖਦੇ ਹਾਂ ਸ਼ਬਦਾਂ ਦਾ ਵਰਗੀਕਰਨ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਅਰਥ ਦੇ ਆਧਾਰ 'ਤੇ। ਤਾਂ ਪਹਿਲੇ ਨੰਬਰ 'ਤੇ ਆਪਣੇ ਕੋਲ ਆ ਗਿਆ ਅਰਥ ਦੇ ਆਧਾਰ 'ਤੇ। ਤਾਂ ਪਰੰਪਰਾਗਤ ਵਿਆਕਰਨ ਵਿੱਚ ਸ਼ਬਦਾਂ ਦੇ ਅਰਥ ਦੇ ਆਧਾਰ 'ਤੇ ਦੋ ਭੇਦ ਦੱਸੇ ਗਏ ਹਨ। ਜਿਹੜੇ ਪੁਰਾਣੇ ਆਪਣੇ ਪਰੰਪਰਾਗਤ ਵਿਆਕਰਨ ਸੀ ਉਹਨਾਂ ਦੇ ਵਿੱਚ ਜਿਹੜੇ ਸ਼ਬਦ ਸੀ ਉਹਨਾਂ ਦੇ ਅਰਥ ਦੇ ਆਧਾਰ 'ਤੇ ਦੋ ਭੇਦ ਦੱਸੇ ਗਏ, ਜਾਣੀ ਕਿ ਦੋ ਪ੍ਰਕਾਰ ਦੇ ਸ਼ਬਦ ਦੱਸੇ ਗਏ ਆ। ਉਹ ਕਿਹੜੇ ਕਿਹੜੇ ਆ? ਪਹਿਲੇ ਨੰਬਰ 'ਤੇ ਆਪਣੇ ਕੋਲ ਆ ਜਾਂਦਾ ਜੀ ਸਾਰਥਿਕ ਸ਼ਬਦ, ਔਰ ਦੂਸਰੇ ਨੰਬਰ 'ਤੇ ਨਿਰਾਰਥਿਕ ਸ਼ਬਦ। ਠੀਕ ਹੈ, ਪਰੰਪਰਾਗਤ ਵਿਆਕਰਨ ਵਿੱਚ ਸ਼ਬਦਾਂ ਦੇ ਅਰਥ ਦੇ ਆਧਾਰ 'ਤੇ ਇਹ ਚੀਜ਼ ਧਿਆਨ ਰੱਖਣੀ ਹੈ, ਕਿਸ ਦੇ ਆਧਾਰ 'ਤੇ? ਅਰਥ ਦੇ ਆਧਾਰ 'ਤੇ ਜਿਹੜੇ ਆ ਦੋ ਤਰ੍ਹਾਂ ਦੇ ਸ਼ਬਦਾਂ ਦੇ ਭੇਦ ਦੱਸੇ ਗਏ, ਜਾਣੀ ਕਿ ਸ਼ਬਦ ਦੀਆਂ ਦੋ ਕਿਸਮਾਂ ਦੱਸੀਆਂ ਗਈਆਂ ਕਹਿ ਸਕਦੇ ਹਾਂ, ਜਾਂ ਦੋ ਪ੍ਰਕਾਰ ਦੇ ਸ਼ਬਦ ਦੱਸੇ ਗਏ ਆ, ਜਾਂ ਸ਼ਬਦਾਂ ਦੇ ਦੋ ਭੇਦ ਦੱਸੇ ਗਏ ਆ। ਕੁਛ ਵੀ ਪੇਪਰ ਦੇ ਵਿੱਚ ਆਪਾਂ ਨੂੰ ਕੋਈ ਵੀ ਸ਼ਬਦ ਆ ਜਿਹੜਾ ਉਹ ਲਿਖਿਆ ਹੋ ਸਕਦਾ ਕਿ ਵਿਆਕਰਨ ਪਰੰਪਰਾਗਤ ਵਿਆਕਰਨ ਦੇ ਹਿਸਾਬ ਨਾਲ ਜਿਹੜੇ ਵਿੱਚ ਜਿਵੇਂ ਸ਼ਬਦਾਂ ਦੇ ਅਰਥ ਦੇ ਆਧਾਰ 'ਤੇ ਕਿੰਨੇ ਭੇਦ ਦੱਸੇ ਗਏ ਆ, ਕਿੰਨੇ ਪ੍ਰਕਾਰ ਦੇ ਸ਼ਬਦ ਦੱਸੇ ਗਏ ਆ, ਸ਼ਬਦਾਂ ਦੇ ਵੰਡ ਕਿੰਨੇ ਭਾਗਾਂ ਵਿੱਚ ਕੀਤੀ ਗਈ ਹੈ, ਕੁਛ ਵੀ ਲਿਖਿਆ ਹੋ ਸਕਦਾ ਹੈ। ਅਤੇ ਇਸ ਕਰਕੇ ਕਨਫਿਊਜ਼ ਨਹੀਂ ਹੋਣਾ, ਬਸ ਇਹ ਚੀਜ਼ ਧਿਆਨ ਰੱਖਣੀ ਹੈ ਕਿ ਕਿਸ ਦੇ ਆਧਾਰ 'ਤੇ ਪੁੱਛਿਆ ਗਿਆ, ਅਰਥ ਦੇ ਆਧਾਰ 'ਤੇ। ਠੀਕ ਹੈ ਜੀ, ਤਾਂ ਅਰਥ ਦੇ ਆਧਾਰ 'ਤੇ ਦੋ ਤਰ੍ਹਾਂ ਦੇ ਦੱਸੇ ਗਏ ਆ ਭੇਦ, ਕਿਹੜੇ ਕਿਹੜੇ? ਸਾਰਥਿਕ ਸ਼ਬਦ ਅਤੇ ਨਿਰਾਰਥਿਕ ਸ਼ਬਦ। ਕਹਿੰਦੇ ਕਿ ਪਰ ਇਹ ਵਿਚਾਰਧਾਰਾ ਜਿਹੜੀ ਉਹ ਠੀਕ ਨਹੀਂ ਹੈ। ਅਸਲ ਵਿੱਚ ਭਾਸ਼ਾ ਦਾ ਲਿਖਤੀ ਰੂਪ ਵਿੱਚ ਆਉਣ ਵਾਲਾ ਕੋਈ ਵੀ ਸ਼ਬਦ ਆ ਜਿਹੜਾ ਉਹ ਨਿਰਾਰਥਿਕ ਨਹੀਂ ਹੁੰਦਾ। ਕਹਿੰਦੇ ਕਿ ਜਿਹੜਾ ਇਹ ਕਿਹਾ ਗਿਆ ਕਿ ਭਾਸ਼ਾ ਦੇ ਇੱਕ ਸ਼ਬਦ ਸਾਰਥਿਕ ਸ਼ਬਦ ਹੁੰਦੇ ਆ ਔਰ ਦੂਸਰੇ ਨਿਰਾਰਥਿਕ ਹੁੰਦੇ ਆ, ਤਾਂ ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਭਾਸ਼ਾ ਦਾ ਜਿਹੜਾ ਵੀ ਸ਼ਬਦ ਲਿਖਤੀ ਰੂਪ ਵਿੱਚ ਆ ਜਾਂਦਾ ਉਹ ਨਿਰਾਰਥਿਕ ਨਹੀਂ ਰਹਿੰਦਾ, ਹਰ ਦਾ ਕੋਈ ਨਾ ਕੋਈ ਅਰਥ ਜਿਹੜਾ ਹੈ ਉਹ ਨਿਕਲਦਾ, ਚਾਹੇ ਉਹ ਸਾਰਥਿਕ ਸ਼ਬਦ ਦੇ ਨਾਲ ਜੁੜ ਕੇ ਨਿਕਲੇ ਜਾਂ ਕਿਸੇ ਵੀ ਤਰ੍ਹਾਂ ਨਿਕਲੇ, ਕਿ ਲਿਖਤੀ ਰੂਪ ਵਿੱਚ ਆਉਣ ਵਾਲਾ ਕੋਈ ਵੀ ਸ਼ਬਦ ਆ ਜਿਹੜਾ ਉਹ ਨਿਰਾਰਥਿਕ ਨਹੀਂ ਹੁੰਦਾ। ਤਾਂ ਅੱਗੇ ਆਪਾਂ ਦੇਖ ਲੈਂਦੇ ਹਾਂ ਸਾਰਥਿਕ ਸ਼ਬਦ ਅਤੇ ਨਿਰਾਰਥਿਕ ਸ਼ਬਦ ਕੀ ਹੁੰਦੇ ਆ। ਤਾਂ ਪਹਿਲਾਂ ਆਪਣੇ ਕੋਲ ਆ ਗਿਆ ਜੀ ਸਾਰਥਿਕ ਸ਼ਬਦ। ਤਾਂ ਸਾਰਥਿਕ ਸ਼ਬਦ ਕੀ ਹੈ? ਇਹ ਉਹ ਮੂਲ ਸ਼ਬਦ ਹਨ ਜਿਨ੍ਹਾਂ ਸ਼ਬਦਾਂ ਦਾ ਕੋਈ ਖਾਸ ਅਰਥ ਨਿਕਲਦਾ ਹੋਵੇ। ਮਤਲਬ ਇਹ ਉਹ ਮੂਲ ਸ਼ਬਦ ਹੈ ਜਿਨ੍ਹਾਂ ਦਾ ਕੋਈ ਖਾਸ ਅਰਥ ਨਿਕਲਦਾ, ਜਿਨ੍ਹਾਂ ਦਾ ਕੋਈ
ਖਾਸ ਮੀਨਿੰਗ ਹੁੰਦਾ, ਮਤਲਬ ਇਹ ਮੀਨਿੰਗਫੁੱਲ ਸ਼ਬਦ ਜਿਹੜੇ ਹੁੰਦੇ ਆ ਉਹ ਕਿਹੜੇ ਸ਼ਬਦ ਹੁੰਦੇ ਆ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਸਾਰਥਿਕ ਸ਼ਬਦ ਕਿਹਾ ਜਾਂਦਾ, ਜਿਵੇਂ ਮਨ, ਰੋਟੀ, ਪਾਣੀ ਆਦਿ। ਹੁਣ ਰੋਟੀ ਦਾ ਇੱਕ ਆਪਦਾ ਮੀਨਿੰਗ ਹੈ, ਪਾਣੀ ਦਾ ਵੀ ਮੀਨਿੰਗ ਹੈ, ਮਨ ਦਾ ਵੀ ਇੱਕ ਆਪਦਾ ਇੱਕ ਅਰਥ ਨਿਕਲਦਾ, ਇਸ ਕਰਕੇ ਇਹ ਕਿਹੜੇ ਸ਼ਬਦ ਹੈ? ਇਹਨਾਂ ਨੂੰ ਸਾਰਥਿਕ ਸ਼ਬਦ ਕਿਹਾ ਜਾਂਦਾ ਹੈ। ਅੱਗੇ ਸੈਕਿੰਡ ਆਪਣੇ ਕੋਲ ਆ ਜਾਂਦਾ ਨਿਰਾਰਥਿਕ ਸ਼ਬਦ। ਤਾਂ ਨਿਰਾਰਥਿਕ ਸ਼ਬਦ ਕੀ ਹੈ? ਕਹਿੰਦੇ ਬੋਲਚਾਲ ਦੀ ਭਾਸ਼ਾ ਵਿੱਚ ਅਸੀਂ ਕੁਝ ਅਜਿਹੇ ਸ਼ਬਦ ਵੀ ਬੋਲ ਜਾਂਦੇ ਹਾਂ ਜਿਨ੍ਹਾਂ ਦਾ ਭਾਵ ਤਾਂ ਅਸੀਂ ਸਮਝ ਜਾਂਦੇ ਹਾਂ, ਪਰ ਉਹਨਾਂ ਦਾ ਕੋਈ ਅਰਥ ਨਹੀਂ ਨਿਕਲਦਾ, ਉਹਨਾਂ ਨੂੰ ਨਿਰਾਰਥਿਕ ਸ਼ਬਦ ਕਿਹਾ ਜਾਂਦਾ ਹੈ। ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਾਂ ਆਮ ਆਪਣੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਕੁਝ ਸ਼ਬਦ ਅਜਿਹੇ ਵੀ ਬੋਲਦੇ ਹਾਂ ਜਿਨ੍ਹਾਂ ਦਾ ਭਾਵ ਤਾਂ ਆਪਾਂ ਨੂੰ ਸਮਝ ਵਿੱਚ ਆ ਜਾਂਦਾ, ਜਿਨ੍ਹਾਂ ਦਾ ਭਾਵ ਤਾਂ ਅਸੀਂ ਸਮਝ ਜਾਂਦੇ ਹਾਂ, ਪਰ ਜੇ ਆਪਾਂ ਉਹਨਾਂ ਦਾ ਇਕੱਲੇ ਉਸ ਸ਼ਬਦ ਦਾ ਕੋਈ ਅਰਥ ਕੱਢੀਏ ਤਾਂ ਉਸ ਦਾ ਕੋਈ ਪ੍ਰੋਪਰ ਜਿਹੜਾ ਉਹ ਅਰਥ ਨਹੀਂ ਨਿਕਲਦਾ, ਪ੍ਰੋਪਰ ਮੀਨਿੰਗ ਨਹੀਂ ਨਿਕਲਦਾ। ਪਰ ਉਸ ਦਾ ਅਸੀਂ ਜਿਹੜਾ ਕਹਿ ਲਓ ਕਿ ਇੱਕ ਮੀਨਿੰਗ ਹੈ ਉਹ ਜਿਹੜਾ ਸਮਝ ਜਾਂਦੇ ਹਾਂ, ਪਰ ਜੇ ਆਪਾਂ ਨੂੰ ਕੋਈ ਪੁੱਛੇ ਕਿ ਇਸ ਦਾ ਅਰਥ ਕੀ ਹੈ, ਇਸ ਦਾ ਅਸਲ 'ਚ ਮੀਨਿੰਗ ਕੀ ਹੈ, ਤਾਂ ਉਸ ਦਾ ਆਪਾਂ ਮੀਨਿੰਗ ਹੈ ਜਿਹੜਾ ਉਹ ਨਹੀਂ ਸਮਝਾ ਪਾਉਂਦੇ, ਉਹ ਦੱਸ ਨਹੀਂ ਪਾਉਂਦੇ, ਉਹਨਾਂ ਦਾ ਕੋਈ ਉਸ ਤਰ੍ਹਾਂ ਪ੍ਰੋਪਰ ਮੀਨਿੰਗ ਨਹੀਂ ਨਿਕਲਦਾ। ਪਰ ਜਿਹੜਾ ਉਹਦਾ ਅਰਥ ਹੈ, ਭਾਵ ਹੈ, ਉਹ ਅਸੀਂ ਸਮਝ ਜਾਂਦੇ ਕਿ ਇਹ ਕਿਉਂ ਵਰਤਿਆ ਗਿਆ, ਤਾਂ ਉਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ? ਨਿਰਾਰਥਿਕ ਸ਼ਬਦ। ਤਾਂ ਉਹ ਕਿਹੜੇ ਹੁੰਦੇ ਆ? ਜਿਵੇਂ ਪਾਣੀ, ਧਾਣੀ। ਹੁਣ ਜਿਹੜਾ ਪਾਣੀ ਆ ਉਸ ਦਾ ਤਾਂ ਪ੍ਰੋਪਰ ਆਪਾਂ ਨੂੰ ਪਤਾ ਹੈ ਕਿ ਅਰਥ ਨਿਕਲਦਾ, ਔਰ ਜਿਹੜਾ ਧਾਣੀ ਸ਼ਬਦ ਆ ਉਸ ਦਾ ਕੋਈ ਅਰਥ ਜਿਹੜਾ ਉਹ ਨਹੀਂ ਨਿਕਲਦਾ। ਇਸ ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਹੈ ਕਿ ਪਾਣੀ ਸ਼ਬਦ ਦਾ ਤਾਂ ਪੂਰਾ ਅਰਥ ਨਿਕਲਦਾ, ਪਰ ਜਿਹੜਾ ਧਾਣੀ ਸ਼ਬਦ ਹੈ ਉਸ ਦਾ ਉਸ ਪਾਣੀ ਦੇ ਨਾਲ ਜੁੜ ਕੇ ਤਾਂ ਆਪਾਂ ਨੂੰ ਪਤਾ ਹੈ ਕਿ ਆਪਾਂ ਪਾਣੀ ਧਾਣੀ ਕਹਿ ਰਹੇ ਹਾਂ, ਠੀਕ ਹੈ। ਪਰ ਜੇ ਆਪਾਂ ਇਕੱਲਾ ਆਪਾਂ ਨੂੰ ਕੋਈ ਪੁੱਛੇ ਕਿ ਧਾਣੀ ਸ਼ਬਦ ਦਾ ਕੀ ਅਰਥ ਹੈ, ਤਾਂ ਉਹ ਆਪਾਂ ਨੂੰ ਉਹਦਾ ਪ੍ਰੋਪਰ ਅਰਥ ਨਹੀਂ ਹੈ, ਉਹ ਆਪਾਂ ਨਹੀਂ ਦੱਸ ਪਾਵਾਂਗੇ। ਇਸੇ ਤਰ੍ਹਾਂ ਰੋਟੀ, ਰਾਟੀ। ਤਾਂ ਰੋਟੀ ਦਾ ਆਪਾਂ ਨੂੰ ਪਤਾ ਹੈ ਕਿ ਜੇ ਆਪਾਂ ਨੂੰ ਕੋਈ ਪੁੱਛਦਾ ਤਾਂ ਉਹਦਾ ਇੱਕ ਖਾਸ ਅਰਥ ਨਿਕਲਦਾ, ਪਰ ਰਾਟੀ ਸ਼ਬਦ ਆ ਜਿਹੜਾ ਉਸ ਦਾ ਕੋਈ ਅਰਥ ਨਹੀਂ ਨਿਕਲਦਾ। ਇਸ ਕਰਕੇ ਇਹਨਾਂ ਦੇ ਆਪਾਂ ਭਾਵ ਤਾਂ ਸਮਝ ਜਾਂਦੇ ਹਾਂ, ਪਰ ਇਹਨਾਂ ਦਾ ਕੋਈ ਅਰਥ ਜਿਹੜਾ ਉਹ ਨਹੀਂ ਨਿਕਲਦਾ, ਜਿਸ ਕਰਕੇ ਇਹਨਾਂ ਨੂੰ ਕੀ ਬੋਲਿਆ ਜਾਂਦਾ? ਨਿਰਾਰਥਿਕ ਸ਼ਬਦ। ਅੱਗੇ ਚੱਲਦੇ ਹਾਂ ਆਪਾਂ। ਤਾਂ ਅੱਗੇ ਕਹਿੰਦੇ ਆ ਕਿ ਅਸਲ ਵਿੱਚ ਧਾਣੀ ਔਰ ਰਾਟੀ ਸ਼ਬਦ ਆਦਿ ਸ਼ਬਦ ਆਪਣੇ ਤੋਂ ਪਹਿਲਾਂ ਵਰਤੇ ਗਏ ਸਾਰਥਿਕ ਸ਼ਬਦ ਦੇ ਅਰਥ ਵਿੱਚ ਕੁਝ ਵਾਧਾ ਕਰਦੇ ਹਨ ਜਾਂ ਉਸ ਨੂੰ ਕੋਈ ਹੋਰ ਦਿਸ਼ਾ ਪ੍ਰਦਾਨ ਕਰਦੇ ਹਨ। ਤਾਂ ਜਿਹੜੇ ਵਿੱਚ ਕਹਿੰਦੇ ਕਿ ਜਿਹੜਾ ਸ਼ਬਦ ਜਿਵੇਂ ਪਾਣੀ ਦੇ ਨਾਲ ਧਾਣੀ ਵਰਤਿਆ ਗਿਆ, ਰੋਟੀ ਦੇ ਨਾਲ ਰਾਟੀ ਵਰਤਿਆ ਗਿਆ, ਇਹ ਸ਼ਬਦ ਕੀ ਕਰਦੇ ਆ ਕਿ ਆਪਣੇ ਤੋਂ ਪਹਿਲਾਂ ਵਰਤੇ ਗਏ ਜਿਹੜੇ ਸਾਰਥਿਕ ਸ਼ਬਦ ਹੈ ਉਹਨਾਂ ਦੇ ਅਰਥ ਵਿੱਚ ਕੁਛ ਵਾਧਾ ਕਰਦੇ ਆ ਜਾਂ ਉਹਨਾਂ ਨੂੰ ਕੋਈ ਹੋਰ ਦਿਸ਼ਾ ਪ੍ਰਦਾਨ ਕਰਦੇ ਆ। ਇਸ ਕਰਕੇ ਇਹਨਾਂ ਦੀ ਵਰਤੋਂ ਸੁਤੰਤਰ ਰੂਪ ਵਿੱਚ ਨਹੀਂ ਹੁੰਦੀ, ਸਗੋਂ ਮੂਲ ਸਾਰਥਿਕ ਸ਼ਬਦਾਂ ਨਾਲ ਜੋੜ ਕੇ ਵਰਤੇ ਜਾਂਦੇ ਹਨ। ਇਸ ਕਰਕੇ ਕਹਿੰਦੇ ਕਿ ਇਹਨਾਂ ਦੀ ਜਿਹੜੀ ਵਰਤੋਂ ਹੈ ਉਹ ਅਲੱਗ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਅਲੱਗ ਰੂਪ ਵਿੱਚ ਜਾਂ ਸੁਤੰਤਰ ਰੂਪ ਵਿੱਚ ਜਾਂ ਇਕੱਲੇ ਨਹੀਂ ਕੀਤੀ ਜਾਂਦੀ, ਸਗੋਂ ਜਿਹੜੇ ਸਾਰਥਿਕ ਸ਼ਬਦ ਹੁੰਦੇ ਆ ਉਹਨਾਂ ਦੇ ਨਾਲ ਜੋੜ ਕੇ ਵਰਤੇ ਜਾਂਦੇ ਆ। ਤਾਂ ਕਹਿੰਦੇ ਕਿ ਇਸ ਦਾ ਅਰਥ ਇਹ ਹੈ ਕਿ ਜੇਕਰ ਅਸੀਂ ਕਿਸੇ ਨੂੰ ਪਾਣੀ ਧਾਣੀ ਪੀਓ ਕਹਿੰਦੇ ਹਾਂ ਤਾਂ ਅਸੀਂ ਅਗਲੇ ਨੂੰ ਪਾਣੀ ਤੋਂ ਬਿਨਾਂ ਕੋਈ ਹੋਰ ਚੀਜ਼ ਜਾਣੀ ਕਿ ਲੱਸੀ, ਸ਼ਰਬਤ ਜਾਂ ਲੈਮਨ ਆਦਿ ਪੀਣ ਲਈ ਵੀ ਕਹਿ ਰਹੇ ਹਾਂ। ਤਾਂ ਇਸ ਦਾ ਮਤਲਬ ਕੀ ਹੁੰਦਾ ਕਿ ਜੇਕਰ ਆਪਾਂ ਪਾਣੀ ਦੇ ਨਾਲ ਕਹਿ ਰਹੇ ਹਾਂ ਕਿ ਪਾਣੀ ਧਾਣੀ ਪੀਓ, ਪਾਣੀ ਸ਼ਬਦ ਦੇ ਨਾਲ ਜਿਹੜਾ ਸਾਰਥਿਕ ਹੈ ਉਸ ਦੇ ਨਾਲ ਜੇ ਆਪਾਂ ਧਾਣੀ ਸ਼ਬਦ ਜੋੜਦੇ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਅਸੀਂ ਅਗਲੇ ਨੂੰ ਪਾਣੀ ਤੋਂ ਬਿਨਾਂ ਹੋਰ ਵੀ ਕੋਈ ਚੀਜ਼ ਪੀਣ ਦੇ ਲਈ, ਜਾਣੀ ਕਿ ਜੇ ਉਸ ਬੰਦੇ ਨੇ ਪਾਣੀ ਨਹੀਂ ਪੀਣਾ ਤਾਂ ਲੱਸੀ ਜਾਂ ਸ਼ਰਬਤ ਜਾਂ ਲੈਮਨ ਜਾਂ ਕੁਛ ਵੀ ਪੀਣ ਵਾਲੀ ਚੀਜ਼ ਹੈ ਜਿਹੜੀ ਉਹ ਵੀ ਨਾਲ ਉਸ ਨੂੰ ਪੀਣ ਲਈ ਔਫਰ ਕਰ ਰਹੇ ਹਾਂ। ਪਰ ਜੇ ਆਪਾਂ ਸਿਰਫ ਇਹ ਕਹਿੰਦੇ ਹਾਂ ਕਿ ਪਾਣੀ ਪੀਓ ਤਾਂ ਉਸ ਸ਼ਬਦ ਦਾ ਮਤਲਬ ਇਹ ਨਿਕਲਦਾ ਕਿ ਆਪਾਂ ਉਸ ਬੰਦੇ ਨੂੰ ਸਿਰਫ ਪਾਣੀ ਹੀ ਪੀਣ ਲਈ ਕਹਿ ਰਹੇ ਹਾਂ, ਪਾਣੀ ਤੋਂ ਇਲਾਵਾ ਜਿਹੜਾ ਉਹ ਹੋਰ ਚੀਜ਼ ਜਿਹੜੀ ਕੋਈ ਪੀਣ ਲਈ ਨਹੀਂ ਕਹਿ ਰਹੇ। ਤਾਂ ਇਸ ਕਰਕੇ ਕਿਹਾ ਗਿਆ ਕਿ ਜਿਹੜੇ ਇਹ ਸ਼ਬਦ ਹੈ, ਜਿਹੜਾ ਜਿਵੇਂ ਧਾਣੀ ਸ਼ਬਦ ਆ, ਇਹ ਕੀ ਕਰਦਾ ਕਿ ਉਹ ਸਾਰਥਿਕ ਸ਼ਬਦ ਦੇ ਜਿਹੜੇ ਅਰਥ ਹੈ ਉਸ ਦੇ ਵਿੱਚ ਵਾਧਾ ਕਰਦਾ ਹੈ। ਤਾਂ ਵਾਧਾ ਇਸੇ ਤਰ੍ਹਾਂ ਕਰਦਾ ਕਿ ਪਾਣੀ ਤੋਂ ਬਿਨਾਂ ਆਪਾਂ ਕੋਈ ਹੋਰ ਚੀਜ਼ ਜਿਹੜੀ ਔਫਰ ਕਰ ਰਹੇ ਹਾਂ ਉਸ ਨੂੰ ਪਾਣੀ ਧਾਣੀ
ਤਾਂ ਧਾਣੀ ਦਾ ਮਤਲਬ ਉਹ ਕੋਈ ਹੋਰ ਚੀਜ਼ ਵੀ ਜੇ ਪੀਣਾ ਚਾਹੁੰਦਾ ਤਾਂ ਆਪਾਂ ਉਸ ਨੂੰ ਉਹ ਵੀ ਕਹਿ ਰਹੇ ਹਾਂ ਕਿ ਉਹ ਵੀ ਪੀ ਸਕਦਾ ਹੈ। ਇਸੇ ਤਰ੍ਹਾਂ ਜੇ ਆਪਾਂ ਰੋਟੀ ਦੇ ਨਾਲ ਰਾਟੀ ਸ਼ਬਦ ਜੋੜਦੇ ਹਾਂ ਤਾਂ ਉਹ ਵੀ ਉਸ ਤੋਂ ਰੋਟੀ ਤੋਂ ਬਿਨਾਂ ਉਸ ਨੂੰ ਕੋਈ ਹੋਰ ਚੀਜ਼ ਖਾਣ ਦੇ ਲਈ ਜਿਹੜਾ ਉਹ ਆਪਾਂ ਕਹਿ ਰਹੇ ਹਾਂ। ਪਰ ਜੇ ਆਪਾਂ ਉਸ ਨੂੰ ਇਹ ਕਹੀਏ ਸਾਰਥਿਕ ਸ਼ਬਦ ਹੀ ਵਰਤੀਏ ਕਿ ਰੋਟੀ ਖਾਓ, ਤਾਂ ਇਸ ਦਾ ਮਤਲਬ ਆਪਾਂ ਉਸ ਬੰਦੇ ਨੂੰ ਸਿਰਫ ਰੋਟੀ ਹੀ ਖਾਣ ਲਈ ਕਹਿ ਰਹੇ ਹਾਂ, ਰੋਟੀ ਤੋਂ ਬਿਨਾਂ ਹੋਰ ਕੋਈ ਚੀਜ਼ ਹੈ ਜਿਹੜੀ ਆਪਾਂ ਉਸ ਨੂੰ ਖਾਣ ਲਈ ਨਹੀਂ ਕਹਿ ਰਹੇ। ਤਾਂ ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਕਿ ਇਹ ਜਿਹੜੇ ਸ਼ਬਦ ਹੈ ਇਹ ਕੀ ਕਰਦੇ ਆ, ਸਾਰਥਿਕ ਸ਼ਬਦ ਦੇ ਨਾਲ ਜੋੜ ਕੇ ਉਸ ਦੇ ਅਰਥਾਂ ਵਿੱਚ ਕੁਛ ਵਾਧਾ ਕਰਦੇ ਆ। ਅਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਨਿਰਾਰਥਿਕ ਨਹੀਂ ਕਿਹਾ ਜਾਂਦਾ, ਕਿਉਂਕਿ ਇਹਨਾਂ ਦਾ ਭਾਵ ਹੈ ਜਿਹੜਾ ਉਹ ਆਪਾਂ ਸਮਝ ਸਕਦੇ ਹਾਂ, ਸਮਝਾ ਸਕਦੇ ਆ, ਪਰ ਜਿਹੜਾ ਇਸਦਾ ਅਰਥ ਹੈ ਪ੍ਰੋਪਰ ਉਹ ਨਹੀਂ ਨਿਕਲਦਾ। ਠੀਕ ਹੈ ਜੀ, ਤਾਂ ਇਹ ਸੀ ਨਿਰਾਰਥਿਕ ਸ਼ਬਦ। ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲੇ ਸੈਕਿੰਡ ਨੰਬਰ 'ਤੇ ਆ ਜਾਂਦਾ ਜੀ ਰੂਪ ਦੇ ਆਧਾਰ 'ਤੇ। ਪਹਿਲਾਂ ਆਪਾਂ ਕੀਤਾ ਅਰਥ ਦੇ ਆਧਾਰ 'ਤੇ, ਹੁਣ ਸੈਕਿੰਡ ਆਪਣੇ ਕੋਲੇ ਆ ਗਿਆ ਰੂਪ ਦੇ ਆਧਾਰ 'ਤੇ। ਤਾਂ ਰੂਪ ਦੇ ਆਧਾਰ 'ਤੇ ਵੀ ਸ਼ਬਦ ਆ ਜਿਹੜੇ ਉਹ ਦੋ ਪ੍ਰਕਾਰ ਦੇ ਮੰਨੇ ਗਏ ਆ। ਪਹਿਲਾ ਵਿਕਾਰੀ ਸ਼ਬਦ ਔਰ ਦੂਸਰਾ ਅਵਿਕਾਰੀ ਸ਼ਬਦ। ਤਾਂ ਰੂਪ ਦੇ ਆਧਾਰ 'ਤੇ ਵੀ ਜਿਹੜੇ ਸ਼ਬਦ ਆ ਉਹ ਕਿੰਨੇ ਪ੍ਰਕਾਰ ਦੇ ਆ, ਦੋ ਪ੍ਰਕਾਰ ਦੇ, ਵਿਕਾਰੀ ਅਤੇ ਅਵਿਕਾਰੀ। ਤਾਂ ਪਹਿਲਾਂ ਆਪਾਂ ਵੇਖ ਲੈਂਦੇ ਵਿਕਾਰੀ ਸ਼ਬਦ ਕੀ ਹੁੰਦੇ ਆ। ਤਾਂ ਕਹਿੰਦੇ ਵਿਕਾਰੀ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਦੇ ਰੂਪ, ਲਿੰਗ, ਵਚਨ ਅਤੇ ਕਾਲ ਕਰਕੇ ਬਦਲਦੇ ਰਹਿੰਦੇ ਹਨ। ਠੀਕ ਹੈ, ਵਿਕਾਰੀ ਸ਼ਬਦ ਦੇ ਵਿੱਚ ਆਪਣੇ ਕੋਲੇ ਉਹ ਸ਼ਬਦ ਆ ਜਾਂਦੇ ਆ ਜਿਨ੍ਹਾਂ ਦੇ ਰੂਪ, ਜਾਣੀ ਕਿ ਜਿਨ੍ਹਾਂ ਦੀ ਕਹਿ ਲਓ ਕਿ ਰੂਪ ਰੇਖਾ ਜਾਂ ਉਹ ਜਿਵੇਂ ਆਪਾਂ ਲਿੰਗ ਬਦਲਦੇ ਹਾਂ ਉਹਦੇ ਹਿਸਾਬ ਨਾਲ ਵਚਨ ਜਾਂ ਕਾਲ ਕਰਕੇ ਬਦਲਦੇ ਰਹਿੰਦੇ ਆ। ਜਿਵੇਂ ਘਰ ਸ਼ਬਦ ਆਪਣੇ ਕੋਲੇ ਹੈ ਤਾਂ ਘਰ ਤੋਂ ਆਪਾਂ ਘਰਾਂ, ਠੀਕ ਹੈ, ਵਚਨ ਹੋ ਗਿਆ ਘਰੀ, ਠੀਕ ਹੈ, ਘਰੋਂ ਆਦਿ। ਇਹ ਜਿਹੜੇ ਆ ਇਸ ਦੇ ਵੱਖ-ਵੱਖ ਰੂਪ ਬਣ ਗਏ। ਠੀਕ ਹੈ, ਜਿਵੇਂ ਆਪਾਂ ਵਚਨ ਦੇ ਹਿਸਾਬ ਨਾਲ, ਲਿੰਗ ਦੇ ਹਿਸਾਬ ਨਾਲ ਜਾਂ ਕਾਲ ਦੇ ਹਿਸਾਬ ਨਾਲ ਇਹਨਾਂ ਦੇ ਜਿਹੜੇ ਰੂਪ ਹੈ ਉਹ ਚੇਂਜ ਕਰ ਸਕਦੇ। ਹੁਣ ਸ਼ਬਦ ਸੀ ਆਪਣੇ ਕੋਲੇ ਸਿਰਫ ਘਰ, ਠੀਕ ਹੈ, ਔਰ ਘਰ ਤੋਂ ਆਪਾਂ ਉਸ ਦੇ ਜਿਹੜੇ ਅੱਗੇ ਕਿੰਨੇ ਆ, ਘਰ ਤੋਂ ਘਰਾਂ ਵੀ ਬਣ ਸਕਦਾ ਹੈ, ਠੀਕ ਹੈ, ਘਰੀ ਵੀ ਬਣ ਸਕਦਾ ਹੈ, ਘਰੋਂ ਵੀ ਬਣ ਸਕਦਾ ਹੈ। ਇਹ ਜਿਹੜੇ ਆ ਇਸ ਦੇ ਰੂਪ ਬਦਲੇ ਗਏ ਆ, ਅਤੇ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਵਿਕਾਰੀ ਸ਼ਬਦ ਬੋਲਦੇ ਹਾਂ। ਤਾਂ ਪੰਜਾਬੀ ਦੇ ਵਿੱਚ ਆਪਣੇ ਕੋਲੇ ਨਾਮ ਹੋ ਗਿਆ, ਪੜਨਾਮ ਹੋ ਗਿਆ, ਕਿਰਿਆ ਵਿਸ਼ੇਸ਼ਣ ਹੋ ਗਿਆ, ਕਿਰਿਆ ਹੋ ਗਈ। ਇਹ ਜਿਹੜੇ ਆ ਇਹ ਵਿਕਾਰੀ ਸ਼ਬਦ ਦੇ ਵਿੱਚ ਆ ਜਾਂਦੇ ਆ। ਨਾਮ, ਪੜਨਾਮ, ਵਿਸ਼ੇਸ਼ਣ ਅਤੇ ਕਿਰਿਆ ਜਿਹੜੇ ਉਹ ਕਿਹੜੇ ਆ, ਵਿਕਾਰੀ ਸ਼ਬਦ ਦੇ ਵਿੱਚ ਆ ਜਾਂਦੇ ਆ। ਅੱਗੇ ਆਪਾਂ ਚੱਲਦੇ ਹਾਂ ਜੀ, ਅਵਿਕਾਰੀ ਸ਼ਬਦ ਕਿਹੜੇ ਹੁੰਦੇ ਆ। ਤਾਂ ਜਿਨ੍ਹਾਂ ਦੇ ਰੂਪ, ਲਿੰਗ, ਵਚਨ ਅਤੇ ਕਾਲ ਕਰਕੇ ਨਹੀਂ ਬਦਲਦੇ। ਮਤਲਬ ਉਹਨਾਂ ਦੇ ਵਿੱਚ ਚਾਹੇ ਆਪਾਂ ਲਿੰਗ ਬਦਲ ਲਈਏ, ਵਚਨ ਬਦਲ ਲਈਏ ਜਾਂ ਕਾਲ ਬਦਲਿਆ ਜਾਵੇ ਤਾਂ ਉਹਦੇ ਜਿਹੜਾ ਰੂਪ ਹੈ ਉਹ ਨਹੀਂ ਬਦਲਦਾ, ਉਹ ਉਵੇਂ ਹੀ ਰਹਿੰਦਾ। ਤਾਂ ਜਿਵੇਂ ਨੇ, ਨੂੰ, ਕੇ, ਪਰ, ਇਹ ਜਿਹੜੇ ਆਪਣੇ ਕੋਲੇ ਸ਼ਬਦ ਹੈ ਇਹ ਸਾਰੇ ਇਹ ਅਵਿਕਾਰੀ ਹੈ। ਹੁਣ ਜੇ ਆਪਾਂ ਨੇ ਦਾ ਲਿੰਗ ਬਦਲਾਂਗੇ ਜਾਂ ਨੇ ਦਾ ਵਚਨ ਬਦਲਾਂਗੇ ਤਾਂ ਉਹ ਨੇ ਦਾ ਨੇ ਹੀ ਰਹਿਣਾ, ਉਹਦਾ ਕੋਈ ਹੋਰ ਨੇ ਤੋਂ ਨੇ ਆ, ਨਹੀਂ, ਇਹ ਨਹੀਂ ਹੋਣਾ। ਠੀਕ ਹੈ, ਇਸ ਕਰਕੇ ਇਹਨਾਂ ਦੇ ਇਹ ਜਿਹੜੇ ਆ ਇਹ ਅਵਿਕਾਰੀ ਸ਼ਬਦ ਹੈ। ਤਾਂ ਪੰਜਾਬੀ ਦੇ ਵਿੱਚ ਆਪਣੇ ਕੋਲੇ ਕਿਰਿਆ ਵਿਸ਼ੇਸ਼ਣ ਹੋ ਗਿਆ, ਯੋਜਕ ਹੋ ਗਿਆ, ਸੰਬੰਧਕ ਹੋ ਗਿਆ, ਵਿਸਮਿਕ ਹੋ ਗਿਆ। ਇਹ ਸਾਰੇ ਜਿਹੜੇ ਆ ਇਹ ਵਿਕਾਰੀ ਸ਼ਬਦ ਦੇ ਵਿੱਚ ਆ ਜਾਂਦੇ ਆ। ਸੌਰੀ, ਇੱਥੇ ਅਵਿਕਾਰੀ ਹੈ, ਗਲਤੀ ਨਾਲ ਵਿਕਾਰੀ ਲਿਖਿਆ ਗਿਆ, ਅਵਿਕਾਰੀ ਸ਼ਬਦ। ਠੀਕ ਹੈ ਜੀ, ਇੱਥੇ ਅਵਿਕਾਰੀ। ਤਾਂ ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ ਅਤੇ ਵਿਸਮਿਕ ਕਿਹੜੇ ਸ਼ਬਦ ਆ, ਅਵਿਕਾਰੀ ਸ਼ਬਦ ਆ, ਕਿਉਂਕਿ ਇਹਨਾਂ ਦਾ ਰੂਪ ਇਹਨਾਂ ਦਾ ਰੂਪ ਹੈ ਜਿਹੜਾ ਉਹ ਲਿੰਗ, ਵਚਨ ਅਤੇ ਕਾਲ ਦੇ ਹਿਸਾਬ ਨਾਲ ਬਦਲਦਾ ਨਹੀਂ, ਉਹੀ ਰਹਿੰਦਾ ਹੈ। ਅਤੇ ਜਿਨ੍ਹਾਂ ਦਾ ਬਦਲ ਜਾਂਦਾ ਉਹਨਾਂ ਨੂੰ ਆਪਾਂ ਵਿਕਾਰੀ ਬੋਲਦੇ ਹਾਂ, ਔਰ ਜਿਨ੍ਹਾਂ ਦਾ ਨਹੀਂ ਬਦਲਦਾ ਉਹਨਾਂ ਨੂੰ ਅਵਿਕਾਰੀ ਬੋਲਦੇ ਹਾਂ। ਅੱਗੇ ਆਪਣੇ ਕੋਲ ਆ ਗਿਆ ਜੀ ਪ੍ਰਯੋਗ ਜਾਂ ਕਾਰਜ ਦੇ ਆਧਾਰ 'ਤੇ। ਤੀਸਰੀ ਟਾਈਪ ਸੀ ਆਪਣੇ ਕੋਲੇ ਪ੍ਰਯੋਗ ਜਾਂ ਕਾਰਜ ਦੇ ਆਧਾਰ 'ਤੇ। ਤਾਂ ਕਹਿੰਦੇ ਪ੍ਰਯੋਗ ਜਾਂ ਕਾਰਜ ਦੇ ਆਧਾਰ 'ਤੇ ਸ਼ਬਦ 8 ਪ੍ਰਕਾਰ ਦੇ ਮੰਨੇ ਗਏ ਹਨ ਜੋ ਕਿ ਅੱਗੇ ਦਿੱਤੇ ਗਏ ਹਨ। ਤਾਂ ਪ੍ਰਯੋਗ ਜਾਂ ਕਾਰਜ ਦੇ ਆਧਾਰ 'ਤੇ ਕਿੰਨੇ ਪ੍ਰਕਾਰ ਦੇ ਮੰਨੇ ਗਏ ਆ, 8 ਪ੍ਰਕਾਰ ਦੇ।
ਹੁਣ ਦੇਖੋ ਅਰਥ ਦੇ ਆਧਾਰ 'ਤੇ ਵੀ ਦੋ ਤਰ੍ਹਾਂ ਦੇ ਸੀ, ਸਾਰਥਿਕ ਅਤੇ ਨਿਰਾਰਥਿਕ, ਠੀਕ ਹੈ। ਅਤੇ ਰੂਪ ਦੇ ਆਧਾਰ 'ਤੇ ਵੀ ਦੋ ਤਰ੍ਹਾਂ ਦੇ ਸੀ, ਵਕਾਰੀ ਅਤੇ ਅਵਕਾਰੀ। ਹੁਣ ਆਪਣੇ ਕੋਲ ਆ ਗਿਆ ਪ੍ਰਯੋਗ ਜਾਂ ਕਾਰਜ ਦੇ ਆਧਾਰ 'ਤੇ, ਤਾਂ ਉਹ 8 ਤਰ੍ਹਾਂ ਦੇ ਆ, 8 ਪ੍ਰਕਾਰ ਦੇ ਦਿੱਤੇ ਗਏ ਆ, ਜਿਨ੍ਹਾਂ ਨੂੰ ਆਪਾਂ ਅੱਗੇ ਦੇਖਦੇ ਕਿਹੜੇ ਕਿਹੜੇ ਆ। ਇਸ ਦੇ ਵਿੱਚ ਆਪਣੇ ਕੋਲ ਪਹਿਲਾ ਆ ਜਾਂਦਾ ਜੀ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ। ਇਹ 8 ਤਰ੍ਹਾਂ ਦੇ ਜਿਹੜੇ ਆਪਣੇ ਕੋਲ ਦਿੱਤੇ ਗਏ ਆ, ਇਹ ਕਾਰਜ ਜਾਂ ਪ੍ਰਯੋਗ ਦੇ ਆਧਾਰ 'ਤੇ ਜਿਹੜੀ ਸ਼ਬਦਾਂ ਦੀ ਵੰਡ ਕੀਤੀ ਗਈ ਹੈ, ਸ਼ਬਦਾਂ ਦੇ ਭੇਦ ਦੱਸੇ ਗਏ ਆ। ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ। ਫਿਰ ਆਪਾਂ ਜਦੋਂ ਅੱਗੇ ਕਰਾਂਗੇ ਆਪਣੀਆਂ ਕਲਾਸਿਸ ਦੇ ਵਿੱਚ, ਉਹਨਾਂ ਦੇ ਵਿੱਚ ਇੱਕ ਇੱਕ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅੱਗੇ ਡਿਸਕਸ ਕਰਾਂਗੇ, ਚੰਗੀ ਤਰ੍ਹਾਂ ਪੜ੍ਹਾਂਗੇ ਕਿ ਨਾਮ ਕੀ ਹੁੰਦਾ ਹੈ, ਪੜਨਾਮ ਕੀ ਹੁੰਦਾ ਹੈ, ਵਿਸ਼ੇਸ਼ਣ ਕੀ ਹੁੰਦਾ ਹੈ। ਇਹ ਜਿਹੜੇ ਸ਼ਬਦ ਦੇ 8 ਭੇਦ ਦੱਸੇ ਗਏ ਆ, ਇਹਨਾਂ ਨੂੰ ਅੱਗੇ ਕਿਵੇਂ ਵਰਤਿਆ ਜਾਂਦਾ ਹੈ, ਕਿਵੇਂ ਵਰਤੇ ਜਾਂਦੇ ਆ, ਕੀ ਇਹਨਾਂ ਦਾ ਯੂਜ਼ ਹੈ, ਇਹ ਸਾਰਾ ਆਪਾਂ ਅਗਲੀਆਂ ਆਪਣੀਆਂ ਆਉਣ ਵਾਲੀਆਂ ਕਲਾਸਿਸ ਦੇ ਵਿੱਚ ਪੜ੍ਹਾਂਗੇ। ਫਿਲਹਾਲ ਸ਼ਬਦ ਵਾਲੀ ਕਲਾਸ ਦੇ ਵਿੱਚ ਆਪਾਂ ਇਹੀ ਕਿ ਇਹਦੇ ਕਿਹੜੇ ਕਿਹੜੇ 8 ਭੇਦ, ਜਿਹੜੇ 8 ਪ੍ਰਕਾਰ ਦੱਸੇ ਗਏ ਆਪਾਂ ਨੂੰ, ਉਹ ਆਪਾਂ ਇਹ ਦੇਖ ਲੈਂਦੇ ਹਾਂ, ਠੀਕ ਹੈ ਜੀ। ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ। ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲ ਆ ਗਿਆ ਜੀ ਭਾਵਅੰਸ਼। ਆਪਾਂ ਪਿੱਛੇ ਪੜ੍ਹਿਆ ਸੀ ਕਿ ਜਿਹੜਾ ਸ਼ਬਦ ਆ ਉਹ ਛੋਟੀ ਤੋਂ ਛੋਟੀ ਇਕਾਈ ਨਹੀਂ ਮੰਨਿਆ ਗਿਆ, ਭਾਵਅੰਸ਼ ਨੂੰ ਮੰਨਿਆ ਗਿਆ। ਤਾਂ ਭਾਵਅੰਸ਼ ਕੀ ਹੈ ਉਹ ਆਪਾਂ ਦੇਖ ਲੈਂਦੇ ਹਾਂ। ਕਹਿੰਦੇ ਭਾਵਅੰਸ਼ ਸ਼ਬਦ ਨਾਲੋਂ ਛੋਟਾ ਹੁੰਦਾ ਹੈ। ਭਾਵਅੰਸ਼ ਸ਼ਬਦ ਨਾਲੋਂ ਛੋਟਾ ਹੁੰਦਾ ਹੈ। ਜਿਵੇਂ ਮਾਮਾ ਸ਼ਬਦ ਦੇ ਅੰਤ ਵਿੱਚ ਲੱਗਾ ਕੰਨਾ ਇੱਕ ਵਚਨ ਪੁਲਿੰਗ ਦਾ ਚਿੰਨ੍ਹ ਹੈ, ਪਰ ਮਾਮੀ ਸ਼ਬਦ ਦੇ ਅੰਤ ਵਿੱਚ ਲੱਗੀ ਬਿਹਾਰੀ ਇੱਕ ਵਚਨ ਇਸਤਰੀ ਲਿੰਗ ਦਾ ਚਿੰਨ੍ਹ ਹੈ। ਜਿਹੜਾ ਮਾਮਾ ਸ਼ਬਦ ਜਦੋਂ ਆਪਾਂ ਲਿਖਿਆ, ਉਸ ਦੇ ਅੰਤ ਵਿੱਚ ਜਿਹੜਾ ਕੰਨਾ ਲੱਗਾ ਹੋਇਆ ਉਹ ਇੱਕ ਵਚਨ ਪੁਲਿੰਗ ਦਾ ਚਿੰਨ੍ਹ ਹੈ। ਲਿੰਗ ਦੇ ਵਿੱਚ ਆਪਾਂ ਕਰਦੇ ਹਾਂ ਨਾ ਪੁਲਿੰਗ ਅਤੇ ਇਸਤਰੀ ਲਿੰਗ, ਤਾਂ ਉਸ ਤਰ੍ਹਾਂ ਕਹਿੰਦੇ ਸ਼ਬਦ ਜਿਹੜਾ ਮਾਮੀ ਹੈ, ਉਸ ਦੇ ਅੰਤ ਵਿੱਚ ਜਿਹੜੀ ਬਿਹਾਰੀ ਲੱਗੀ ਹੈ ਉਹ ਇੱਕ ਵਚਨ ਇਸਤਰੀ ਲਿੰਗ ਦਾ ਚਿੰਨ੍ਹ ਹੈ। ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਦੋਹਾਂ ਸ਼ਬਦਾਂ ਦੇ ਅੰਤ ਵਿੱਚ ਲੱਗਾ ਆ ਅਤੇ ਈ ਸਾਰਥਿਕ ਅੰਸ਼ ਹਨ, ਠੀਕ ਹੈ। ਜਿਹੜਾ ਮਾਮੇ ਦਾ ਮਾਮਾ ਜਦੋਂ ਬੋਲਦੇ ਹਾਂ ਤਾਂ ਪਿੱਛੋਂ ਆ ਦੀ ਆਵਾਜ਼ ਆਉਂਦੀ ਹੈ, ਔਰ ਜਦੋਂ ਮਾਮੀ ਬੋਲਦੇ ਹਾਂ ਤਾਂ ਈ ਦੀ ਆਵਾਜ਼ ਆਉਂਦੀ ਹੈ। ਤਾਂ ਇਹ ਜਿਹੜਾ ਆ ਅਤੇ ਈ ਕਹਿੰਦੇ ਦੋਹਾਂ ਸ਼ਬਦਾਂ ਦੇ ਅੰਤ ਵਿੱਚ ਲੱਗਾ, ਇਹ ਕੀ ਆ, ਸਾਰਥਿਕ ਅੰਸ਼ ਹੈ, ਮਤਲਬ ਇੱਕ ਪਾਰਟ ਹੈ, ਠੀਕ ਹੈ, ਜਿਹਦਾ ਕੋਈ ਨਾ ਕੋਈ ਅਰਥ ਨਿਕਲਦਾ। ਅਤੇ ਇਹ ਜਿਹੜੇ ਸਾਰਥਿਕ ਅੰਸ਼ ਆ ਕਹਿੰਦੇ ਇਹ ਕਈ ਵਾਰ ਸ਼ਬਦਾਂ ਦੇ ਸ਼ੁਰੂ ਵਿੱਚ ਲੱਗ ਕੇ ਅਰਥਾਂ ਨੂੰ ਉਲਟਾ ਕਰ ਦਿੰਦੇ ਹਨ। ਤਾਂ ਇਹ ਜਿਹੜੇ ਆ ਕਈ ਵਾਰੀ ਕੀ ਆਪਾਂ ਸ਼ਬਦ ਦੇ ਸਟਾਰਟਿੰਗ ਵਿੱਚ ਲਾ ਕੇ ਇਹਨਾਂ ਦੇ ਜਿਹੜੇ ਆਪਣੇ ਸ਼ਬਦ ਹੁੰਦੇ ਆ ਉਹਨਾਂ ਦੇ ਅਰਥ ਨੂੰ ਉਲਟਾ ਕਰ ਦਿੰਦੇ ਆ। ਜਿਵੇਂ ਅਜਿੱਤ, ਤਾਂ ਜਿੱਤ ਸ਼ਬਦ ਕੀ ਹੈ, ਜਿੱਤ, ਅਤੇ ਜਿੱਤ ਦੇ ਅੱਗੇ ਜਦੋਂ ਆਪਾਂ ਆੜਾ ਲਾਤਾ ਤਾਂ ਉਸਦਾ ਅਰਥ ਕੀ ਹੋ ਗਿਆ, ਅਜਿੱਤ, ਮਤਲਬ ਜਿਸ ਨੂੰ ਜਿੱਤਿਆ ਨਹੀਂ ਜਾ ਸਕਦਾ। ਤਾਂ ਉਸਦਾ ਜਿਹੜਾ ਅਰਥ ਹੈ ਉਲਟ ਗਿਆ, ਠੀਕ ਹੈ। ਜਿਵੇਂ ਅਕੱਟ, ਤਾਂ ਕੱਟ ਦਾ ਮਤਲਬ ਕੱਟਣਾ, ਤਾਂ ਉਹਦੇ ਅੱਗੇ ਅ ਲੱਗ ਗਿਆ ਤਾਂ ਉਹਦਾ ਮਤਲਬ ਅਕੱਟ, ਜਿਹਨੂੰ ਕੱਟਿਆ ਨਹੀਂ ਜਾ ਸਕਦਾ। ਅਤੇ ਇਸ ਦਾ ਵੀ ਅਰਥ ਆ ਜਿਹੜਾ ਉਹ ਉਲਟਾ ਹੋ ਗਿਆ। ਤਾਂ ਜਦੋਂ ਇਹ ਕਈ ਵਾਰੀ ਕਹਿੰਦੇ ਇਹ ਸਾਰਥਿਕ ਅੰਸ਼ ਆ ਜਿਹੜੇ ਉਹ ਸ਼ਬਦਾਂ ਦੇ ਸ਼ੁਰੂ ਵਿੱਚ ਲੱਗ ਕੇ ਉਸਦੇ ਸ਼ਬਦਾਂ ਦਾ ਜਿਹੜਾ ਅਰਥ ਆ ਉਸਨੂੰ ਉਲਟਾ ਕਰ ਦਿੰਦੇ ਆ। ਤਾਂ ਭਾਸ਼ਾ ਦੇ ਅਜਿਹੇ ਅੰਸ਼ਾਂ ਨੂੰ ਭਾਵਅੰਸ਼ ਕਿਹਾ ਜਾਂਦਾ ਹੈ। ਤਾਂ ਜਿਹੜੇ ਇਹ ਅੰਸ਼ ਹੈ, ਠੀਕ ਹੈ, ਜਿਵੇਂ ਆ ਅਤੇ ਈ ਹੋ ਗਏ ਜਾਂ ਆੜਾ ਲੱਗਿਆ ਹੋ ਗਿਆ, ਤਾਂ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਭਾਵਅੰਸ਼ ਬੋਲਦੇ ਹਾਂ, ਠੀਕ ਹੈ। ਤਾਂ ਇਹ ਸ਼ਬਦ ਨਾਲੋਂ ਛੋਟਾ ਹੁੰਦਾ। ਭਾਵਅੰਸ਼ ਕੀ ਹੁੰਦਾ, ਸ਼ਬਦ ਨਾਲੋਂ ਛੋਟਾ ਹੁੰਦਾ ਅਤੇ ਸਾਰਥਿਕ ਹੁੰਦਾ। ਇਸ ਕਰਕੇ ਇਸ ਨੂੰ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਜਿਹੜੀ ਹੈ, ਅੱਜ ਕੱਲ੍ਹ ਦੇ ਜਿਹੜੇ ਆਧੁਨਿਕ ਭਾਸ਼ਾ ਦੇ ਵਿਗਿਆਨੀ ਹੈ ਉਹ ਇਸ ਨੂੰ ਮੰਨਦੇ ਆ, ਛੋਟੀ ਤੋਂ ਛੋਟੀ ਇਕਾਈ ਭਾਸ਼ਾ ਦੀ ਭਾਵਅੰਸ਼ ਨੂੰ ਮੰਨਦੇ ਆ, ਸ਼ਬਦ ਨੂੰ ਨਹੀਂ ਮੰਨਦੇ, ਕਿਉਂਕਿ ਇਹ ਸ਼ਬਦ ਨਾਲੋਂ ਛੋਟਾ ਹੁੰਦਾ, ਠੀਕ ਹੈ ਜੀ। ਤਾਂ ਮੈਨੂੰ ਲੱਗਦਾ ਤੁਹਾਨੂੰ ਭਾਵਅੰਸ਼ ਸਮਝ ਆ ਗਿਆ ਹੋਣਾ। ਜੇ ਨਹੀਂ ਸਮਝ ਆਇਆ ਤਾਂ ਇਸ ਨੂੰ ਇੱਕ ਦੋ ਵਾਰੀ ਧਿਆਨ ਨਾਲ ਪੜ੍ਹੋਗੇ ਤਾਂ ਇਹ ਤੁਹਾਨੂੰ ਸਮਝ ਆ ਜਾਊਗਾ ਕੀ ਕਹਿੰਦੇ ਆ ਉਹ। ਮੈਂ ਫਿਰ ਇੱਕ ਵਾਰ ਰਿਪੀਟ ਕਰ ਦਿੰਦੀ ਹਾਂ ਕਿ ਭਾਵਅੰਸ਼ ਜਿਹੜਾ ਉਹ ਕੀ ਹੁੰਦਾ ਕਿ ਭਾਵਅੰਸ਼ ਸ਼ਬਦ ਨਾਲੋਂ ਛੋਟਾ ਹੁੰਦਾ
ਜਿਵੇਂ ਆਪਾਂ ਮਾਮਾ ਸ਼ਬਦ ਬੋਲਦੇ ਹਾਂ ਜਾਂ ਮਾਮੀ ਬੋਲਦੇ ਹਾਂ ਤਾਂ ਉਸ ਦੇ ਵਿੱਚ ਮਾਮਾ ਜਦੋਂ ਆਪਾਂ ਬੋਲਦੇ ਹਾਂ ਤਾਂ ਪਿੱਛੇ ਆ ਦੀ ਆਵਾਜ਼ ਆਉਂਦੀ, ਜਿਹੜੀ ਉਹ ਇੱਕ ਸਾਰਥਿਕ ਅੰਸ਼ ਹੈ। ਜਿਹੜਾ ਕੰਨਾਂ ਲੱਗਾ ਹੋਇਆ ਉਹ ਇੱਕ ਸਾਰਥਿਕ ਅੰਸ਼ ਹੈ। ਅੰਸ਼ ਦਾ ਮਤਲਬ ਕੀ ਹੁੰਦਾ? ਛੋਟਾ ਪਾਰਟ, ਜਾਣੀ ਕਿਸੇ ਚੀਜ਼ ਦਾ, ਠੀਕ ਹੈ। ਔਰ ਜਦੋਂ ਆਪਾਂ ਮਾਮੀ ਬੋਲਦੇ ਹਾਂ ਤਾਂ ਈ ਦੀ ਜਿਹੜੀ ਆਵਾਜ਼ ਆਉਂਦੀ ਹੈ ਉਹ ਵੀ ਇੱਕ ਸਾਰਥਿਕ ਅੰਸ਼ ਹੈ, ਜਿਹੜਾ ਮਾਮੀ ਸ਼ਬਦ ਦੇ ਨਾਲ ਲੱਗਾ ਹੋਇਆ। ਤਾਂ ਇਹ ਜਿਹੜੇ ਸਾਰਥਿਕ ਅੰਸ਼ ਹੈ, ਠੀਕ ਹੈ, ਇਹ ਸ਼ਬਦਾਂ ਦੇ ਅੰਤ ਵਿੱਚ ਵੀ ਹੋ ਸਕਦੇ। ਔਰ ਕਈ ਵਾਰੀ ਕੀ ਕਹਿੰਦੇ ਆ ਕਿ ਇਹਨਾਂ ਨੂੰ ਆਪਣੇ ਸ਼ਬਦਾਂ ਦੇ ਸ਼ੁਰੂ ਵਿੱਚ ਲਗਾ ਕੇ ਉਹ ਜਿਹੜਾ ਸ਼ਬਦ ਹੈ ਉਸ ਦਾ ਅਰਥ ਨੂੰ ਇਹ ਉਲਟਾ ਕਰ ਦਿੰਦੇ। ਜਿਵੇਂ ਕਿ ਅਜਿੱਤ, ਜਿੱਤ ਸ਼ਬਦ ਦੇ ਅੱਗੇ ਸਾਰਥਿਕ ਅੰਸ਼ ਆੜਾ ਲੱਗ ਗਿਆ ਤਾਂ ਉਸ ਦਾ ਅਰਥ ਹੈ ਜਿਹੜਾ ਜਿੱਤ ਦਾ ਉਹ ਉਲਟਾ ਹੋ ਗਿਆ, ਠੀਕ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਅੰਸ਼ ਹੈ, ਜਿਹੜੇ ਸਾਰਥਿਕ ਅੰਸ਼ ਹੈ ਭਾਸ਼ਾ ਦੇ ਵਿੱਚ, ਉਹਨਾਂ ਨੂੰ ਕੀ ਕਿਹਾ ਜਾਂਦਾ? ਭਾਵਅੰਸ਼ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਇਹ ਛੋਟਾ ਹੋਣ ਕਰਕੇ, ਸਾਰਥਿਕ ਹੋਣ ਕਰਕੇ ਇਸ ਨੂੰ ਅੱਜ ਕੱਲ੍ਹ ਦੇ ਜਿਹੜੇ ਵਿਗਿਆਨੀ ਹੈ ਉਹ ਕੀ ਮੰਨਦੇ ਆ? ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਸ਼ਬਦ ਨੂੰ ਨਾ ਮੰਨ ਕੇ ਭਾਵਅੰਸ਼ ਨੂੰ ਮੰਨਦੇ ਆ, ਠੀਕ ਹੈ ਜੀ। ਚਲੋ ਅੱਗੇ ਚੱਲਦੇ ਹਾਂ। ਅੱਗੇ ਆਪਣਾ ਟੌਪਿਕ ਹੈ ਵਿਧੇਤਰ। ਵਿਧੇਤਰ ਕੀ ਹੁੰਦਾ? ਕਹਿੰਦੇ ਸ਼ਬਦ ਮੂਲ ਜਾਂ ਧਾਤੂ ਦੇ ਅੱਗੇ ਜਾਂ ਪਿੱਛੇ ਜੁੜ ਕੇ ਸ਼ਬਦ ਦੀ ਰਚਨਾ ਕਰਨ ਵਾਲਾ ਭਾਵਅੰਸ਼ ਵਿਧੇਤਰ ਅਖਵਾਉਂਦਾ ਹੈ। ਜਿਹੜਾ ਆਪਣਾ ਮੂਲ ਸ਼ਬਦ ਹੁੰਦਾ ਹੈ, ਠੀਕ ਹੈ, ਉਸ ਦੇ ਜਾਂ ਧਾਤੂ ਹੁੰਦਾ, ਇਹ ਆਪਾਂ ਆਪਣੀ ਅਗਲੇ ਨੈਕਸਟ ਕਲਾਸਿਸ ਦੇ ਵਿੱਚ ਪੜ੍ਹਾਂਗੇ ਧਾਤੂ ਜਾਂ ਸ਼ਬਦ ਮੂਲ ਕੀ ਹੁੰਦਾ। ਤਾਂ ਕਹਿੰਦੇ ਸ਼ਬਦ ਮੂਲ ਜਾਂ ਧਾਤੂ ਦੇ ਅੱਗੇ ਜਾਂ ਪਿੱਛੇ ਜੁੜ ਕੇ ਜਿਹੜਾ ਸ਼ਬਦ ਦੀ ਰਚਨਾ ਕਰਦਾ ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਉਸ ਭਾਵਅੰਸ਼ ਨੂੰ ਆਪਾਂ ਵਿਧੇਤਰ ਕਹਿੰਦੇ ਹਾਂ। ਤਾਂ ਕਾਰਜ ਦੇ ਆਧਾਰ 'ਤੇ ਇਹ 3 ਪ੍ਰਕਾਰ ਦੇ ਹੁੰਦੇ ਆ। ਕਾਰਜ ਦੇ ਆਧਾਰ 'ਤੇ ਕਿੰਨੀ ਪ੍ਰਕਾਰ ਦੇ ਹੁੰਦੇ ਆ? 3 ਪ੍ਰਕਾਰ ਦੇ ਹੁੰਦੇ ਆ। ਪਹਿਲਾ ਅਗੇਤਰ, ਫਿਰ ਮਧੇਤਰ ਔਰ ਫਿਰ ਪਿਛੇਤਰ। 3 ਟਾਈਪ ਕਿਹੜੀਆਂ ਕਿਹੜੀਆਂ ਹੁੰਦੀਆਂ ਵਿਧੇਤਰ ਦੀਆਂ ਆਪਣੇ ਕੋਲ? ਅਗੇਤਰ, ਮਧੇਤਰ ਅਤੇ ਪਿਛੇਤਰ। ਇਹ ਵੀ ਆਪਾਂ ਆਪਣੀਆਂ ਆਉਣ ਵਾਲੀਆਂ ਨੈਕਸਟ ਕਲਾਸਿਸ ਦੇ ਵਿੱਚ ਕਰਾਂਗੇ ਕਿ ਇਹ ਅਗੇਤਰ ਕੀ ਹੁੰਦਾ, ਮਧੇਤਰ ਕੀ ਹੁੰਦਾ ਔਰ ਪਿਛੇਤਰ ਕੀ ਹੁੰਦਾ, ਠੀਕ ਹੈ ਜੀ। ਤਾਂ ਇਹ ਸੀ ਆਪਣੀ ਅੱਜ ਦਾ ਕਲਾਸ, ਜਿਸ ਦੇ ਵਿੱਚ ਆਪਾਂ ਸ਼ਬਦ ਬਾਰੇ ਪੜ੍ਹਿਆ, ਸ਼ਬਦ ਰਚਨਾ ਬਾਰੇ ਪੜ੍ਹਿਆ, ਸ਼ਬਦਾਂ ਦਾ ਵਰਗੀਕਰਨ ਜਾਂ ਸ਼ਬਦਾਂ ਦੀਆਂ ਵੰਡ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਇਹ ਸਭ ਕੁਝ ਆਪਾਂ ਅੱਜ ਦੀ ਕਲਾਸ ਦੇ ਵਿੱਚ ਦੇਖਿਆ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਲਾਸ, ਅੱਜ ਦਾ ਸੈਸ਼ਨ ਪਸੰਦ ਆਇਆ ਹੋਊਗਾ। ਜੇ ਸੈਸ਼ਨ ਪਸੰਦ ਆਇਆ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ, ਜਿੱਥੇ ਵੀ ਤੁਸੀਂ ਉਹਨਾਂ ਨਾਲ ਜੁੜੇ ਹੋ, ਤਾਂ ਕਿ ਉਹਨਾਂ ਤੱਕ ਵੀ ਇਹ ਜ਼ਰੂਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਪਹੁੰਚ ਸਕੇ। ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੱਲ੍ਹ ਮਿਲਦੇ ਹਾਂ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਤਦ ਤੱਕ ਲਈ ਧੰਨਵਾਦ।